ਪੰਜਾਬੀ ਕਿਉਂ? ਲੋਕੀ ਕਹਿੰਦੇ ਮੈਂ ਅੰਗਰੇਜ਼ੀ 'ਚ ਗੱਲ ਕਰਾਂ, ਹਿੰਦੀ 'ਚ ਗੱਲ ਕਰਾਂ। ਆਸਾਨੀ ਜਿਹੜੀ ਉਹਨੂੰ ਸੋਚਣ ਤੇ ਸਮਝਣ 'ਚ, ਗੱਲ ਸੁਣਨ 'ਚ ਜਿਹੜਾ ਮਜ਼ਾ ਆਉਂਦਾ, ਜਿਹੜੀ ਲੈਂਗੁਏਜ, ਜਿਹੜੀ ਧਰਤੀ ਤੇ ਜੰਮੇ ਆ ਉਹੋ ਜਿਹੇ ਲੋਕਾਂ ਨਾਲ ਗੱਲ ਕਰਕੇ ਮਜ਼ਾ ਆਉਂਦਾ। ਕਿੱਥੇ ਇੱਕ ਗੈਪ ਆ ਲੋਕਾਂ ਦੇ ਸਮਝਣ ਦੇ ਵਿੱਚ ਸਿਹਤ ਨੂੰ ਲੈ ਕੇ। ਕਿ ਅਸੀਂ ਬੋਡੀ ਬਿਲਡਿੰਗ ਕਰਨੀ ਤਾਂ ਕੀ ਕਰਨਾ ਆ, ਜੇ ਅਸੀਂ ਫਿੱਟ ਰਹਿਣਾ ਆ ਤਾਂ ਕੀ ਕਰਨਾ, ਉਹ ਵੀ ਫਿਟਨੈਸ ਸੈਂਟਰ ਵੀ ਖੋਲ੍ਹੇ ਜਾ ਰਹੇ, ਜਿਮ 'ਚ ਧੜਾ ਜਾਈ ਵੀ ਜਾ ਰਹੇ, ਬੈਗ ਵੀ ਲੈ ਕੇ ਜਾਂਦੇ, ਸਪਲੀਮੈਂਟ ਵੀ ਖਾਣੇ, ਬਿਮਾਰੀਆਂ ਫਿਰ ਵੱਧ ਗਈਆਂ। ਨੋ ਡਾਊਟ ਬਿਮਾਰੀ ਲੱਗਣ 'ਚ ਕਿਸੇ ਦਾ ਕੋਈ ਹੱਥ ਨਹੀਂ ਹੁੰਦਾ, ਪਰ ਖਾਣਾ ਤਾਂ ਮੇਰੇ ਮੂੰਹ 'ਚ ਹੀ ਜਾਣਾ, ਮੇਰੇ ਹੱਥਾਂ ਨਾਲ ਹੀ ਜਾਣਾ। ਸੋਸ਼ਲ ਮੀਡੀਆ ਤੇ ਤੁਹਾਡੇ ਪਿਛਲੇ ਦਿਨੀ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਤੁਸੀਂ ਗੱਲ ਕੀਤੀ ਕਿ ਹੈਲਥ ਨੂੰ ਲੈ ਕੇ ਇੱਕ ਪੰਜਾਬੀ ਪੋਡਕਾਸਟ ਮੈਂ ਲੈ ਕੇ ਆਉਣਾ। ਅੱਜ ਆਪਾਂ ਬਹਿ ਗਏ ਆ ਫਾਈਨਲੀ ਉਸ ਪੋਡਕਾਸਟ ਨੂੰ ਲੈ ਕੇ। ਪੰਜਾਬੀ ਕਿਉਂ? ਲੋਕੀ ਕਹਿੰਦੇ ਮੈਂ ਅੰਗਰੇਜ਼ੀ 'ਚ ਗੱਲ ਕਰਾਂ, ਹਿੰਦੀ 'ਚ ਗੱਲ ਕਰਾਂ, ਅੱਗੇ ਹੋਰ ਜਾਵਾਂ ਇੱਥੇ। ਦੇਖੋ ਪੰਜਾਬੀ ਕਿਉਂ ਆ, ਉਹਦਾ ਸਭ ਤੋਂ ਵੱਡਾ ਰੀਜ਼ਨ ਆ, ਮੈਂ ਖੁਦ ਪਿੰਡ 'ਚ ਜੰਮਿਆ। ਪਿੰਡ ਮੇਰਾ ਦੁੱਲੋਵਾਲ ਤੇ ਜ਼ਿਲ੍ਹਾ ਕਪੂਰਥਲਾ, ਉਹ ਵੀ ਇੱਕ ਪੰਜਾਬ ਦਾ ਜ਼ਿਲ੍ਹਾ ਹੈਗਾ ਆ। ਤੇ ਅੱਗੋਂ ਪੰਜਾਬ ਆਉਂਦਾ। ਇਸ ਪੰਜਾਬ ਨੇ, ਇਸ ਜ਼ਿਲ੍ਹੇ ਨੇ, ਇਸ ਪਿੰਡ ਨੇ ਮੈਨੂੰ ਵੱਡਿਆਂ ਕੀਤਾ। ਪਿੰਡ ਦੀ ਮਿੱਟੀ 'ਚ ਮੈਂ ਖੇਡਿਆ ਤੇ ਇਸੇ ਮਿੱਟੀ 'ਚ ਖੇਡ ਕੇ ਪਿੰਡ ਦੇ ਮੁੰਡਿਆਂ ਨਾਲ, ਪਿੰਡ ਦੇ ਵਿੱਚ ਹੀ ਮੈਂ ਜਵਾਨ ਹੋਇਆ, ਉੱਥੋਂ ਹੀ ਮੈਂ ਅੱਗੇ ਵਧਿਆ ਤੇ ਅੱਜ ਵੀ ਮੈਂ ਉੱਥੋਂ ਦਾ ਹੀ ਖਾਨਾ ਆ। ਭਾਵ ਕਿ ਮੈਂ ਅੱਜ ਵੀ ਖੇਤੀਬਾੜੀ ਪਰਿਵਾਰ ਨਾਲ ਸੰਬੰਧ ਰੱਖਦਾ ਆ ਤੇ ਰੱਖਣਾ ਆ। ਇਸੇ ਕਰਕੇ ਮੇਰੇ ਧਿਆਨ 'ਚ ਆਇਆ ਕਿ ਜੇ ਮੈਂ ਆਪਣੇ ਪਿੰਡ 'ਚੋਂ, ਆਪਣੇ ਸ਼ਹਿਰ 'ਚੋਂ, ਆਪਣੀ ਸਟੇਟ ਪੰਜਾਬ 'ਚੋਂ, ਆਪਣਾ ਸੂਬਾ ਜਿਹੜਾ ਮੇਰਾ ਪੰਜਾਬ 'ਚੋਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦਾ, ਤੇ ਮੇਰੇ ਨਾਲ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਆ, ਮੇਰੇ ਸਟੇਟ ਦੇ, ਮੇਰੇ ਜ਼ਿਲ੍ਹੇ ਦੇ ਨੌਜਵਾਨ ਆ, ਉਹਨਾਂ ਨੂੰ ਕਿਉਂ ਨਾ ਲੈ ਕੇ ਜਾਵਾਂ ਫਿਟਨੈਸ ਨੂੰ ਲੈ ਕੇ। ਕਿਉਂਕਿ ਫਿਟਨੈਸ ਦੇ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਸਾਰੀਆਂ ਸਾਡੀ ਕੰਟਰੀ ਤੋਂ ਨਹੀਂ, ਬਾਹਰੋਂ ਆਉਂਦੀਆਂ, ਪਰ ਅਸੀਂ ਉਹਨੂੰ ਅਪਣਾ ਲਿਆ। ਹੁਣ ਅਪਣਾ ਕੇ ਉਹਨੂੰ ਅਸੀਂ ਆਪਣੇ ਜਿਹੜੇ ਮੇਰੇ ਲੋਕ ਆ, ਮੇਰੇ ਪੰਜਾਬ ਦੇ, ਮੇਰੇ ਪਿੰਡ, ਮੇਰੀ ਸਿਟੀ ਦੇ ਲੋਕ ਆ, ਉਹਨਾਂ ਤੱਕ ਪਹੁੰਚਾਉਣਾ। ਨੋ ਡਾਊਟ ਸਾਡੇ ਲੋਕ ਬਹੁਤ ਐਜੂਕੇਟਿਡ ਆ, ਉਹ 'ਚ ਕੋਈ ਦੋ ਰਾਏ ਨਹੀਂ, ਪੜ੍ਹੇ ਲਿਖੇ ਆ, ਇੰਗਲਿਸ਼ ਹਰ ਬੰਦਾ ਸਮਝਦਾ ਹੈ, ਪਰ ਹਰ ਬੰਦੇ ਦੀ ਜਿਹੜੀ ਇੱਕ ਆਸਾਨ ਹੁੰਦੀ ਆ, ਆਸਾਨੀ ਜਿਹੜੀ ਉਹਨੂੰ ਸੋਚਣ ਤੇ ਸਮਝਣ 'ਚ, ਗੱਲ ਸੁਣਨ 'ਚ ਜਿਹੜਾ ਮਜ਼ਾ ਆਉਂਦਾ, ਜਿਹੜੀ ਲੈਂਗੁਏਜ, ਜਿਹੜੀ ਧਰਤੀ ਤੇ ਉਹ ਜੰਮਿਆ ਉਹੋ ਜਿਹੇ ਲੋਕਾਂ ਨਾਲ ਗੱਲ ਕਰਕੇ ਮਜ਼ਾ ਆਉਂਦਾ। ਚਾਹੇ ਸਾਡੇ ਅੱਜ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮ ਰੋਸ਼ਨ ਕਰ ਚੁੱਕੇ ਆ, ਪਰ ਜ਼ਰੂਰੀ ਕੀ ਆ, ਜੋ ਮੈਂ ਸਮਝਦਾ, ਮੈਨੂੰ ਇਸ ਪਿੰਡ ਨੇ ਬਹੁਤ ਕੁਝ ਦਿੱਤਾ, ਇਸ ਸਿਟੀ ਨੇ ਬਹੁਤ ਕੁਝ ਦਿੱਤਾ, ਕਪੂਰਥਲੇ ਨੇ, ਤੇ ਮੈਨੂੰ ਇਸ ਪੰਜਾਬ ਨੇ ਬਹੁਤ ਕੁਝ ਦਿੱਤਾ। ਇਸ ਕਰਕੇ ਜਿਹੜਾ ਇਹ ਪੋਡਕਾਸਟ ਆ ਉਹ ਮੈਂ ਪੰਜਾਬੀ 'ਚ ਸ਼ੁਰੂ ਕਰਨਾ, ਇਸੇ ਲਈ ਕਿ ਮੇਰੇ ਜਿਹੜੇ ਵੀਰ ਭੈਣ ਭਰਾ ਆ ਆਪਣੀ ਭਾਸ਼ਾ ਨੂੰ ਪ੍ਰਮੋਟ ਕਰਨ, ਆਪਣੀ ਸਟੇਟ ਨੂੰ, ਆਪਣੇ ਪਿੰਡ ਨੂੰ ਪ੍ਰਮੋਟ ਕਰਨ, ਕਿਉਂਕਿ ਅਸੀਂ ਇਸੇ ਦੇ ਵਿੱਚ ਆ ਕੇ ਹੀ ਜਿਹੜਾ ਸਾਡਾ ਜਿਹੜਾ ਉਹ ਖਾਤਮਾ ਹੋਣਾ। ਇਹ ਲੱਗਦਾ ਨਹੀਂ ਕਿਤੇ ਵੀ ਥੋੜਾ ਬਹੁਤਾ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਦੀਆਂ ਟੀਚਰਾਂ ਦਾ, ਗੱਲਾਂ ਦਾ, ਕਿਉਂਕਿ ਲੋਕ ਨੈਗੇਟਿਵ ਪਹਿਲਾਂ ਚੱਕਦੇ ਆ ਗੱਲ ਨੂੰ, ਹਨਾ ਵੀ ਏਸ਼ੀਆ 'ਚ ਰਿਕਾਰਡ ਬਣਾਤਾ, ਏਸ਼ੀਆ ਦੇ ਵਿੱਚ ਮੈਡਲ ਲੈ ਆਂਦਾ, ਵਰਲਡ ਲੈਵਲ ਤੇ ਹਰਮਿੰਦਰ ਦੁੱਲੋਵਾਲ ਖੇਡ ਆਏ ਜਾ ਕੇ, ਤੇ ਗੱਲ ਫਿਰ ਆਪਣੀ ਦੇਸੀ ਭਾਸ਼ਾ ਦੇ ਵਿੱਚ ਕਰਦੇ ਮੈਂ ਉਹਦੇ ਵਿੱਚ ਫਿਰ ਉਹੀ ਗੱਲ ਕਰੂੰਗਾ। ਜੇ ਮੈਂ ਵਰਲਡ ਲੈਵਲ ਤੇ ਖੇਡਣ ਗਿਆ, ਮੈਂ ਵਰਲਡ ਲੈਵਲ ਤੇ 2015 'ਚ ਸਾਊਥ ਅਫਰੀਕਾ ਖੇਡਣ ਗਿਆ। ਉਸ ਤੋਂ ਬਾਅਦ ਮੈਂ ਏਸ਼ੀਅਨ ਕੰਟਰੀਜ਼ ਦੇ ਵਿੱਚ ਵੀ ਖੇਡਿਆ ਤੇ ਸਿੰਗਾਪੁਰ ਕੰਟਰੀ 'ਚ ਮੈਂ ਤਕਰੀਬਨ ਸਾਲ 'ਚ 3 ਤੋਂ 4 ਵਾਰੀ ਜਾਂਦਾ। ਪਰ ਮੈਂ ਜਾਣਾ ਕਿਹਦੀ ਬਦੌਲਤ ਆ? ਅਸੀਂ ਜਦੋਂ ਆਪਣੀਆਂ ਜੜ੍ਹਾਂ ਭੁੱਲ ਜਾਂਦੇ ਆ, ਉਦੋਂ ਅਸੀਂ ਆਪਣੇ ਕੰਮ ਤੋਂ, ਆਪਣੇ ਆਪ ਤੋਂ, ਆਪਣੇ ਵਿਰਸੇ ਤੋਂ ਜਦੋਂ ਅਸੀਂ ਬੇਖਬਰ ਹੋ ਜਾਂਦੇ ਆ, ਫਿਰ ਸਾਨੂੰ ਉਹ ਚੀਜ਼ਾਂ ਇੱਕ ਨਾ ਇੱਕ ਦਿਨ ਫਿਰ ਖਿੱਚ ਕੇ ਲਿਆਉਂਦੀਆਂ। ਉਦਾਹਰਨ ਦੇ ਤੌਰ ਤੇ ਇੱਕ ਬੰਦਾ ਆਪਣੀ ਜਵਾਨੀ ਦੇ ਵੇਲੇ 20-22 ਸਾਲ ਦੀ ਉਮਰ ਦੇ ਵਿੱਚ ਇੰਡੀਆ ਤੋਂ ਬਾਹਰ ਚਲੇ ਗਿਆ, ਕਾਹਦੇ ਲਈ? ਰੋਜੀ ਰੋਟੀ ਕਮਾਉਣ ਲਈ। ਪਰ ਉਹ ਰੋਟੀ ਕਮਾ ਕੇ ਘਰ ਭੇਜ ਰਿਹਾ, ਘਰ ਉਹਦਾ ਕਿੱਥੇ ਆ? ਪੰਜਾਬ 'ਚ। ਕੋਈ ਪਿੰਡ ਹੋਊਗਾ। ਫਿਰ ਉਹ ਕੁਝ ਸਾਲਾਂ ਬਾਅਦ, 15-20 ਸਾਲਾਂ ਬਾਅਦ, ਉਹ ਇਸ ਤੇ ਫਿਲਮਾਂ ਵੀ ਕਈ ਬਣੀਆਂ ਵੀ ਮੈਨੂੰ ਮਿੱਟੀ ਵਾਜਾਂ ਮਾਰਦੀ, ਮੈਨੂੰ ਮੇਰਾ ਜਿਹੜਾ ਪਾਸਟ ਆ ਉਹ ਬੁਲਾਉਂਦਾ। ਕਿਉਂ ਨਹੀਂ ਬੁਲਾਊਗਾ? ਕਿਉਂਕਿ ਤੁਸੀਂ ਸੋਚਿਆ ਉੱਥੋਂ ਦਾ ਖਾਦਾ, ਉੱਥੋਂ ਦੇ ਗਏ, ਉੱਥੇ ਹੀ ਆਉਣਾ। ਕਈ ਬੰਦਿਆਂ ਦੀ ਅਖੀਰ 'ਚ ਇਹ ਇੱਛਾ ਹੁੰਦੀ ਆ ਕਿ ਜੋ ਮਰਜ਼ੀ ਹੋ ਜਾਵੇ, ਜਦੋਂ ਮੇਰੀ ਮੌਤ ਹੋਣੀ ਆ ਤਾਂ ਮੈਨੂੰ ਮੇਰੇ ਪਿੰਡ ਜਾ ਕੇ ਹੀ ਮੇਰਾ ਸੰਸਕਾਰ ਕਰਿਓ। ਕਿਉਂ ਹੁੰਦਾ ਉਹ? ਕਿਉਂਕਿ ਸਾਡੇ ਅੰਦਰਲੀ ਆਵਾਜ਼ ਕਦੋਂ ਪੈਦਾ ਹੁੰਦੀ ਆ? ਜਦੋਂ ਤੁਸੀਂ ਉੱਥੋਂ ਦਾ ਖਾਂਦੇ ਆ। ਤੇ ਜੇ ਤੁਸੀਂ ਜਿਸ ਜਗ੍ਹਾ ਦਾ ਖਾ ਰਹੇ ਆ ਉਹਨੂੰ ਤੁਸੀਂ ਵਿਸਾਰੋਗੇ, ਤੁਹਾਨੂੰ ਬਹੁਤ ਸਾਰੀਆਂ ਦਿੱਕਤ ਆਉਣਗੀਆਂ। ਕਿਉਂਕਿ ਜਦੋਂ ਕਿਸੇ ਰੁੱਖ ਦੀਆਂ ਜੜ੍ਹਾਂ ਉਹ ਭੁੱਲ ਜਾਂਦਾ, ਫਿਰ ਉਹ ਰੁੱਖ ਕਿਸੇ ਜੋਗਾ ਨਹੀਂ ਰਹਿੰਦਾ, ਉਹਦੇ ਪੱਤੇ ਝੜਨ ਨੂੰ, ਉਹਨੂੰ ਸੁੱਕਣ ਨੂੰ ਸਮਾਂ ਨਹੀਂ ਲੱਗਦਾ। ਤੇ ਜਿਹੜੀ ਅਸੀਂ ਗੱਲ ਕੀਤੀ ਕਿ ਤਾਨੇ ਮਿਹਣਿਆਂ ਦੀ, ਮੈਨੂੰ ਉਹਨਾਂ ਤਾਨੇ ਮਿਹਣਿਆਂ ਦੀ ਕੋਈ ਇੱਦਾਂ ਦੀ ਪਰਵਾਹ ਨਹੀਂ ਹੁੰਦੀ, ਕਿਉਂਕਿ ਮੇਰਾ ਪੰਜਾਬ, ਮੇਰਾ ਸ਼ਹਿਰ, ਮੇਰਾ ਪਿੰਡ ਮੇਰੇ ਨਾਲ ਖੜਾ ਹੈ। ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਮੇਰੇ ਪੰਜਾਬੀ ਭੈਣ ਭਰਾ ਆ। ਜਦੋਂ ਮੈਂ ਕੋਈ ਵੀ ਚੀਜ਼ ਸ਼ੇਅਰ ਕਰਦਾ ਆ, ਮੈਂ ਉਹਨਾਂ ਦੇ ਹਿੱਤ 'ਚ ਸ਼ੇਅਰ ਕਰਦਾ ਆ, ਉਹਨਾਂ ਨੂੰ ਆਸਾਨ ਸ਼ਬਦਾਂ 'ਚ ਸਮਝਾਉਣਾ ਹੈ, ਤਾਂ ਉਹ ਸਪੋਰਟ ਕਰਦੇ ਆ। ਤਾਂ ਉਹਨਾਂ ਦੀ ਜਿਹੜੀ ਸਪੋਰਟ ਦੀ ਬਦੌਲਤ ਮੈਂ ਏਸ਼ੀਆ ਲੈਵਲ ਤੱਕ ਗਿਆ, ਤੇ ਮੈਂ ਇਹਨਾਂ ਦੀ ਸਪੋਰਟ ਦੀ ਬਦੌਲਤ ਸਾਰੀ ਦੁਨੀਆ 'ਚ ਆਪ ਵੀ ਘੁੰਮਣਾ ਤੇ ਇਹਨਾਂ ਨੂੰ ਵੀ ਘੁਮਾਉਣਾ ਚਾਹੁੰਦਾ।
FIF ਦੇ ਇੰਡੀਆ ਪ੍ਰੈਜ਼ੀਡੈਂਟ ਹੋ ਤੁਸੀਂ, ਸਿੰਗਾਪੁਰ, ਮਲੇਸ਼ੀਆ, ਸਾਊਥ ਅਫਰੀਕਾ, ਪਤਾ ਨਹੀਂ ਕਿੰਨੀ ਜਗ੍ਹਾ ਤੇ ਜਾ ਕੇ ਤੁਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ, ਇੰਟਰਨੈਸ਼ਨਲ ਜੱਜ ਵੀ ਹੋ। ਤੁਹਾਨੂੰ ਨਹੀਂ ਲੱਗਦਾ ਕਿ ਲੋਕ ਕਿਤੇ ਨਾ ਕਿਤੇ ਵੀ ਸੋਚਦੇ ਹੋਣਗੇ ਕਿ ਹੁਣ ਫੈਡਰੇਸ਼ਨ ਚਲਾ ਰਹੇ ਨੇ, ਪ੍ਰੈਜ਼ੀਡੈਂਟ ਵੀ ਨੇ ਉਹਦੇ, ਉੱਥੇ ਪੈਸਾ ਕਮਾਉਣ, ਆਪਣਾ ਹੈਲਥ ਨੂੰ ਲੈ ਕੇ ਇੱਕ ਪੋਡਕਾਸਟ ਲੈ ਕੇ ਆ ਰਹੇ ਆ, ਕੀ ਮਤਲਬ ਸੀਗਾ, ਕੀ ਮੰਤਵ ਕੀ ਹੈ ਹੁਣ ਇਸ ਹੈਲਥ ਪੋਡਕਾਸਟ ਨੂੰ ਲੈ ਕੇ ਆਉਣ ਦਾ, ਬਜਾਏ ਕਿ ਆਪਾਂ ਲੋਕੀ ਫੈਡਰੇਸ਼ਨਾਂ 'ਚੋਂ ਪੈਸਾ ਕਮਾਉਂਦੇ ਆ, ਕਬੂਤਰਬਾਜ਼ੀ ਕਰਦੇ ਆ? ਦੇਖੋ, ਜੇ ਮੈਂ ਫੈਡਰੇਸ਼ਨ ਦੀ ਗੱਲ ਕਰਾਂ ਤਾਂ ਫੈਡਰੇਸ਼ਨ ਨੇ ਮੈਨੂੰ ਬਹੁਤ ਕੁਝ ਦਿੱਤਾ, ਠੀਕ ਹੈ, ਪਰ ਉਹ ਦਿੱਤਾ ਫਿਰ ਮੇਰੇ ਭੈਣ ਵੀਰਾਂ ਦੀ ਬਦੌਲਤ ਹੀ ਆ। ਮੈਂ ਉਹ ਜਾਣਾ ਵੀ ਆ, ਜਾ ਵੀ ਰਿਹਾ ਆ, ਤੇ ਇਹਨਾਂ ਨੂੰ ਹੀ ਲਿਜਾ ਰਿਹਾ। ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਕਈ ਬੋਡੀ ਬਿਲਡਰ ਪੰਜਾਬ ਦੇ ਗਏ ਜਿਨ੍ਹਾਂ ਨੇ ਮੈਡਲ ਲਿਆਂਦੇ, ਤੇ ਉਹਨਾਂ ਨੂੰ ਮੈਂ ਇਸੇ ਲਈ ਲੈ ਕੇ ਜਾਣਾ ਕਿ ਜੇ ਮੈਂ ਗਿਆ ਇਹ ਵੀ ਜਾ ਸਕਦੇ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਪੋਡਕਾਸਟ ਦੀ, ਦੇਖੋ ਪੋਡਕਾਸਟ ਇੰਗਲਿਸ਼ 'ਚ ਮੈਂ ਪਹਿਲਾਂ ਵੀ ਗੱਲ ਕੀਤੀ, ਮੇਰੇ ਜਿਹੜੇ ਪੰਜਾਬ ਦੇ ਯੰਗਸਟਰ ਆ, ਜਵਾਨ ਆ, ਉਹ ਇੰਗਲਿਸ਼ ਬਹੁਤ ਜ਼ਿਆਦਾ ਸਮਝਦੇ ਆ ਕਿਉਂਕਿ ਆਇਲਸ ਕਰਕੇ ਬਾਹਰ ਜਾਂਦੇ ਆ, ਤੇ ਇੰਗਲਿਸ਼ ਹਰ ਇੱਕ ਨੂੰ ਸਮਝ ਲੱਗਦੀ। ਪਰ ਆਸਾਨ ਕੀ ਹੁੰਦਾ ਆ, ਜੋ ਮੇਰੇ ਪਿੰਡ 'ਚ ਹੋ ਰਿਹਾ, ਜੋ ਮੇਰੇ ਘਰ 'ਚ ਹੋ ਰਿਹਾ, ਜੋ ਮੇਰੀ ਮਾਂ ਬਣਾ ਰਹੀ, ਜੋ ਮੇਰੀ ਦਾਦੀ ਬਣਾ ਰਹੀ ਘਰ 'ਚ, ਮੈਂ ਉਹ ਖਾਣੇ ਨੂੰ ਕਿਉਂ ਨਹੀਂ ਖਾਂਦਾ, ਉਸ ਨੂੰ ਕਿਉਂ ਨਹੀਂ ਪ੍ਰਮੋਟ ਕਰਦਾ। ਐਂਡ ਆਫ ਦੀ ਡੇ, ਜੇ ਅਸੀਂ ਅੱਜ ਸਪਲੀਮੈਂਟ ਯੂਜ਼ ਕਰਦੇ ਹਾਂ, ਅਸੀਂ ਕੁਛ ਜਿਹੜੀਆਂ ਚੀਜ਼ਾਂ ਸਾਨੂੰ ਸਾਡੀ ਕੰਟਰੀ 'ਚ ਨਹੀਂ ਮਿਲਦੀਆਂ ਉਹ ਬਾਹਰੋਂ ਮੰਗਾ ਕੇ ਸੇਲ ਖਾਂਦੇ ਆ ਉਹਨਾਂ ਨੂੰ, ਪਰ ਫਿਰ ਵੀ ਅਸੀਂ ਜਿਹੜਾ ਫੂਡ ਤੇ ਘਰ ਦਾ ਹੀ ਖਾਂਦੇ ਹਾਂ। ਪਾਣੀ ਅਸੀਂ ਆਪਣੇ ਪਿੰਡ ਦਾ ਪੀਂਦੇ ਆ, ਰੋਟੀ ਅਸੀਂ ਮਾਂ ਦੇ ਹੱਥਾਂ ਦੀ ਖਾਂਦੇ ਆ। ਮਾਂ ਦੇ ਹੱਥਾਂ ਦੀ ਰੋਟੀ ਦਾ ਇੱਕ ਅਲੱਗ ਹੀ ਨਸ਼ਾ, ਅਲੱਗ ਹੀ ਉਹਦਾ ਸਵਾਦ ਹੁੰਦਾ ਆ। ਕਿਉਂ ਹੁੰਦਾ ਆ? ਕਿਉਂਕਿ ਮਾਂ ਜਦੋਂ ਵੀ ਕਿਸੇ ਬੱਚੇ ਲਈ, ਆਪਣੇ ਲਈ ਰੋਟੀ ਪਕਾਉਂਦੀ ਆ, ਉਹਦੇ ਵਿੱਚ ਆਪਣੀਆਂ ਭਾਵਨਾਵਾਂ ਵੀ ਉਹਨੂੰ ਦਿੰਦੀ ਆ। ਉਹਨੂੰ ਗੁੱਸਾ ਨਹੀਂ ਆਉਂਦਾ ਖਾਣਾ ਦੇਣ ਲੱਗੇ, ਉਹਨੂੰ ਖਿਜ ਨਹੀਂ ਆਉਂਦੀ। ਕਿਉਂ? ਕਿਉਂਕਿ ਇਮੋਸ਼ਨ ਜੁੜਦੇ ਆ। ਹੁਣ ਇਹੀ ਖਾਣਾ ਤੁਸੀਂ ਜਾ ਕੇ ਖਾਂਦੇ ਆ ਕਿਸੇ ਢਾਬੇ ਤੇ, ਤੁਹਾਨੂੰ ਕਿਉਂ ਨਹੀਂ ਸਵਾਦ ਲੱਗਦਾ? ਤੇ ਜੇ ਸਵਾਦ ਲੱਗਦਾ, ਉਹ ਤੁਹਾਡਾ ਸ਼ਾਮ ਨੂੰ ਪੇਟ ਕਿਉਂ ਖਰਾਬ ਕਰਦਾ? ਮਾਂ ਦੇ ਹੱਥ ਦਾ ਖਾਣਾ ਤੁਹਾਡਾ ਪੇਟ ਸਹੀ ਕਰ ਦਿੰਦਾ ਜੇ ਖਰਾਬ ਵੀ ਹੈ। ਇਸੇ ਲਈ ਉਸ ਖਾਣੇ ਨੂੰ ਇਸ ਪੋਡਕਾਸਟ ਰਾਹੀਂ ਸਾਡੇ ਘਰ 'ਚ ਜਿਹੜਾ ਖਾਣਾ ਪੱਕਦਾ ਹੈ, ਜਿਹਦੇ ਵਿੱਚ ਸਾਡੀਆਂ ਘਰੇਲੂ ਚੀਜ਼ਾਂ, ਰੋਟੀ ਆ ਜਾਂਦੀ, ਚੌਲ ਆ ਜਾਂਦੇ, ਦੇਸੀ ਘਿਓ ਆ ਜਾਂਦਾ, ਦਹੀਂ ਆ ਜਾਂਦਾ, ਲੱਸੀ ਆ ਜਾਂਦਾ, ਦੁੱਧ ਆ ਜਾਂਦਾ, ਉਹਨੂੰ ਮੈਂ ਇਹਨਾਂ ਤੱਕ ਪਹੁੰਚਾਉਣਾ ਚਾਹੁੰਦਾ ਕਿ ਸਰੀਰ ਬਣਾਉਣ ਲਈ ਤੁਹਾਨੂੰ ਜ਼ਰੂਰੀ ਹੈਗਾ ਘਰ ਦਾ ਖਾਣਾ ਖਾਣਾ। ਕਿਉਂਕਿ ਜਿਹੜੇ ਸਮਾਜ 'ਚ, ਜਿਹੜੇ ਪਿੰਡ 'ਚ, ਜਿਹੜੀ ਧਰਤੀ ਤੇ ਤੁਸੀਂ ਜੰਮੇ ਆ, ਉਹਨੂੰ ਕਦੀ ਨਾ ਭੁੱਲੋ। ਜੇ ਭੁੱਲੋਗੇ, ਤੁਹਾਨੂੰ ਉਹ ਚੀਜ਼ ਕਿਤੇ ਨਾ ਕਿਤੇ ਜਾ ਕੇ ਨੈਗੇਟਿਵ ਇਫੈਕਟ ਕਰੂਗੀ, ਤੁਹਾਨੂੰ ਫਿਰ ਉੱਥੇ ਵਾਪਸ ਆਉਣਾ ਪਊ। ਪਰ ਜਦੋਂ ਤੁਸੀਂ ਉੱਥੇ ਵਾਪਸ ਆਉਣਾ ਆ, ਕੀ ਹੋਣਾ ਆ? ਤੁਹਾਡੀ ਜਗ੍ਹਾ ਕਿਸੇ ਹੋਰ ਨੇ ਲੈ ਲੈਣੀ, ਤੁਸੀਂ ਉਹ ਜਗ੍ਹਾ ਖਾਲੀ ਕਰਕੇ ਚਲੇ ਗਏ। ਸੋ ਪੋਡਕਾਸਟ ਸ਼ੁਰੂ ਕਰਨ ਦਾ ਮਕਸਦ ਹੀ ਇਹ ਆ, ਆਪਣੇ ਪੰਜਾਬ ਨੂੰ, ਆਪਣੇ ਪੰਜਾਬ ਦੇ ਵਿਰਸੇ ਨੂੰ, ਖਾਣੇ ਨੂੰ ਖਾਸ ਤੌਰ ਤੇ, ਜਿਹਦੇ ਵਿੱਚ ਮੈਂ ਪਲਿਆ, ਤਾਂ ਮੈਂ ਇਹਨਾਂ ਨੂੰ ਵੀ ਉਹਦੇ ਵਿੱਚ ਵੀ ਪਲਿਆ ਦੇਖਣਾ ਚਾਹੁੰਦਾ। ਡਾਈਟ ਨੂੰ ਲੈ ਕੇ ਲੰਬੇ ਸਮੇਂ ਤੋਂ ਤੁਸੀਂ ਡਾਈਟ ਪਲਾਨ ਵੀ ਦੇ ਰਹੇ ਹੋ, ਦੱਸ ਰਹੇ ਹੋ, ਗਾਈਡ ਕਰ ਰਹੇ ਹੋ, ਤੁਹਾਡੀਆਂ ਰੀਲਸ ਦੇਖੀ ਦੀਆਂ, ਗੱਲਬਾਤ ਤੁਹਾਡੀ ਸੁਣੀ ਦੀ ਹੈ। ਕਿੱਥੇ ਤੁਹਾਨੂੰ ਲੱਗਦਾ ਕਿ ਪੰਜਾਬ 'ਚ, ਅਗਰ ਆਪਾਂ ਖਾਸ ਕਰਕੇ ਹੁਣ ਪੰਜਾਬ 'ਚ ਬੈਠੇ ਹਾਂ, ਪੰਜਾਬੀਆਂ ਦੇ ਲਈ ਇਹ ਪੋਡਕਾਸਟ ਹੈ, ਕਿੱਥੇ ਇੱਕ ਗੈਪ ਆ ਲੋਕਾਂ ਦੇ ਸਮਝਣ ਦੇ ਵਿੱਚ? ਸਿਹਤ ਨੂੰ ਲੈ ਕੇ ਕੀ ਦਿੱਕਤਾਂ ਸਾਨੂੰ ਆ ਰਹੀਆਂ, ਕਿਹਨੂੰ ਲੈ ਕੇ ਸਾਨੂੰ ਜ਼ਿਆਦਾ ਵਰਕ ਕਰਨ ਦੀ ਲੋੜ ਹੈ ਸਿਹਤ ਸੰਬੰਧੀ? ਦੇਖੋ, ਸਿਹਤ ਸੰਬੰਧੀ ਜੇ ਅਸੀਂ ਗੱਲ ਕਰੀਏ, ਤੁਹਾਡੇ ਸਰੀਰ ਨੂੰ ਇੱਕ ਖਾਣਾ ਚਾਹੀਦਾ, ਤਾਂ ਹੀ ਉਹਨੇ ਚੱਲਣਾ। ਛੋਟੀ ਜਿਹੀ ਉਦਾਹਰਨ ਦਿੰਦਾ, ਸਾਡੇ ਸਾਰੇ ਕੋ ਕਿਸੇ ਕੋ ਬਾਈਕ ਆ, ਕਿਸੇ ਕੋ ਕਾਰ ਆ। ਕੀ ਤੁਹਾਡੀ ਜੇ ਬਾਈਕ ਜਾਂ ਕਾਰ ਦੀ ਟੈਂਕੀ 'ਚ ਤੇਲ ਨਾ ਹੋਊਗਾ ਤਾਂ ਤੁਸੀਂ ਉਹਨੂੰ ਚਲਾ ਸਕਦੇ? ਕਦੀ ਨਹੀਂ ਚਲਾ ਸਕਦੇ। ਇੱਦਾਂ ਸਾਡੀ ਬੋਡੀ ਹੈ, ਜਿਹਦੇ ਵਿੱਚ ਖਾਣਾ ਨਹੀਂ ਸਹੀ ਹੋਊਗਾ, ਖਾਣਾ ਨਹੀਂ ਸਹੀ ਹੋਊਗਾ, ਤੁਹਾਨੂੰ એનર્ਜੀ ਕਿੱਥੋਂ ਮਿਲੂਗੀ? ਜਦੋਂ એનર્ਜੀ ਨਹੀਂ ਮਿਲੂਗੀ, ਤੁਸੀਂ ਘਰ ਪਰਿਵਾਰ ਦੇ ਕੰਮ ਕਿੱਥੋਂ ਕਰ ਪਾਓਗੇ? ਆਪਣੀ ਜੌਬ, ਆਪਣੀ ਡਿਊਟੀ ਤੇ ਕਿੱਦਾਂ ਜਾਓਗੇ? ਉਹ ਇੱਕ ਬੇਸ ਆ। ਉਸ ਤੋਂ ਬਾਅਦ ਜੇ ਅਸੀਂ ਸਿਹਤ ਨੂੰ ਹੀ ਸੰਭਾਲਣਾ ਆ, ਸਾਡੇ ਅੰਗ ਕਿੱਦਾਂ ਸਹੀ ਹੋਣਗੇ? ਅੰਗਾਂ ਤੋਂ ਭਾਵ ਅੰਦਰੂਨੀ ਅੰਗ, ਮੇਰੇ ਜਿਹੜੇ, ਮੇਰਾ ਦਿਲ ਆ, ਮੇਰੀਆਂ ਕਿਡਨੀਆਂ ਆ, ਮੇਰਾ ਹਾਰਟ ਆ, ਉਹ ਕਿੱਦਾਂ ਸਟਰੋਂਗ ਹੋਊਗਾ? ਉਹਨੂੰ ਸਟਰੋਂਗ ਕਰਨ ਲਈ ਸਾਨੂੰ ਜਿਹੜਾ ਆ, ਸਾਡੇ ਜਿਹੜਾ ਘਰ ਦਾ ਖਾਣਾ ਹੈ, ਘਰ ਦਾ ਫੂਡ ਆ, ਉਹਨੂੰ ਪ੍ਰਮੋਟ ਕਰਨਾ ਪੈਣਾ। ਉਸ ਕਰਕੇ ਜਦੋਂ ਅਸੀਂ ਇਹ ਤੋਂ ਅਵੇਸਲੇ ਹੁੰਦੇ ਆ, ਫਿਰ ਸਾਨੂੰ ਸਿਹਤ ਸੰਬੰਧੀ ਪ੍ਰੋਬਲਮ ਆਉਂਦੀਆਂ ਹੈ। ਹੁਣ ਇੱਥੇ ਪ੍ਰੋਬਲਮ ਕਿੱਥੇ ਆਉਂਦੀ ਆ? ਜਦੋਂ ਕੋਈ ਵੀ ਬੰਦਾ ਕਿਸੇ ਦੇ ਆ ਬਣਿਆ ਹੋਇਆ ਸਰੀਰ ਦੇਖਦਾ ਆ, ਤਾਂ ਉਹ ਕੀ ਸੋਚਦਾ ਆ? ਮੈਂ ਵੀ ਇਦਾਂ ਦਾ ਬਣਾ। ਹੁਣ ਇਹਦੇ ਵਿੱਚ ਦੋ ਚੀਜ਼ਾਂ ਆ ਗਈਆਂ। ਜਿਹੜਾ ਬੰਦਾ ਜਿਮ ਜਾਂਦਾ ਆ, ਉਹ ਜਿਮ ਜਾਂਦਿਆਂ ਜ਼ਿਆਦਾ ਫੋਕਸ ਬੋਡੀ ਬਿਲਡਰ ਵੱਲ ਕਰਦਾ ਹੈ, ਕਿਉਂਕਿ ਉਹਨੂੰ ਸ਼ਾਇਦ ਇਹ ਲੱਗਦਾ ਹੈ ਕਿ ਬੋਡੀ ਬਿਲਡਰ ਜਿਹੜਾ ਆ ਇੱਕ ਫਿੱਟ ਇਨਸਾਨ ਆ। ਮੈਂ ਇਸ ਕਿਤੇ ਨੂੰ ਮਾੜਾ ਨਹੀਂ ਕਹਿ ਰਿਹਾ, ਮੈਂ ਜਸਟ ਉਹਨੂੰ ਇੱਕ ਕਲੀਅਰ ਕਰ ਰਿਹਾ, ਕਿਉਂਕਿ ਮੈਂ ਵੀ ਇੱਕ ਬੋਡੀ ਬਿਲਡਰ ਹਾਂ, ਤੇ ਮੇਰੇ ਵੀਰ ਕਈ ਬੋਡੀ ਬਿਲਡਰ ਵੀ ਉਹਨੂੰ ਸੁਣ ਰਹੇ ਆ। ਤੇ ਜਿਮ ਵਿੱਚ ਦੋਨੇ ਚੀਜ਼ਾਂ ਹੋ ਰਹੀਆਂ। ਇੱਕ ਬੰਦਾ ਫਿੱਟ ਹੋਣ ਜਾ ਰਿਹਾ, ਇੱਕ ਬੰਦਾ ਬੋਡੀ ਬਿਲਡਿੰਗ ਕਰਨ ਜਾ ਰਿਹਾ। ਦੋਨਾਂ ਦਾ ਕੁਝ ਕੁ ਪੁਆਇੰਟ ਜਿਹੜੇ ਆ ਉਹ ਮਿਲਦੇ ਆ। ਪੁਆਇੰਟ ਤੋਂ ਭਾਵ, ਜਿਹੜੇ ਬੰਦੇ ਨੇ ਬੋਡੀ ਬਣਾਉਣੀ ਆ, ਬੋਡੀ ਬਿਲਡਿੰਗ ਕਰਨੀ, ਉਹ ਇੱਕ ਪ੍ਰੋਫੈਸ਼ਨ ਹੈ, ਕਿੱਤਾ ਹੈ, ਇੱਕ ਜੌਬ ਆ, ਇੱਕ ਇਨਵੈਸਟਮੈਂਟ ਆ ਲੰਬੇ ਸਮੇਂ ਤੋਂ। ਜਿਹੜੇ ਬੰਦੇ ਨੇ ਫਿੱਟ ਰਹਿਣਾ, ਦੋਨਾਂ ਨੇ ਡਾਈਟ ਖਾਣੀ, ਦੋਨਾਂ ਨੇ ਹੀ ਡਾਈਟ ਖਾਣੀ। ਮੈਂ ਹੁਣੇ ਗੱਲ ਕੀਤੀ ਵੀ ਗੱਡੀ 'ਚ ਤੇਲ ਪੈਂਦਾ, ਦੋਨਾਂ ਦੀ ਬੋਡੀ 'ਚ ਖਾਣਾ ਜਿਹੜਾ ਫਿਊਲ ਦੇ ਰੂਪ 'ਚ ਜਾਊਗਾ, ਤਾਂ ਹੀ એનર્ਜੀ ਮਿਲੂਗੀ। ਤੇ ਜੇ ਤੁਸੀਂ ਖਾਣਾ ਜਿਮ ਲਾਉਣ ਲਈ ਸੋਚਦੇ, ਸ਼ਾਇਦ ਤੁਹਾਨੂੰ ਖਾਣਾ ਪਵੇ, ਉਹ ਗਲਤ ਆ।
ਤੁਹਾਨੂੰ ਖਾਣਾ ਬੋਲਣ ਲਈ ਵੀ ਖਾਣਾ ਪੈਣਾ, ਤੁਹਾਨੂੰ ਖਾਣਾ ਕੰਮ ਕਰਨ ਲਈ ਵੀ ਖਾਣਾ ਪੈਣਾ, ਤੁਹਾਨੂੰ ਖਾਣਾ ਜੇ ਅਸੀਂ ਖੇਤੀਬਾੜੀ ਕਰਨੀ ਆ, ਅਸੀਂ ਕੋਈ ਜੌਬ ਕਰਨੀ ਆ, ਅਸੀਂ ਕੋਈ ਡਿਊਟੀ ਕਰਨੀ ਹੈ, એનર્ਜੀ ਖਾਣੇ ਲਈ ਵੀ ਚਾਹੀਦੀ ਆ। ਇਸ ਕਰਕੇ ਉਹ ਜਿਹੜੇ ਦੋਨੇ ਬੇਸ ਆ, ਖਾਣਾ ਚਾਹੇ ਬੋਡੀ ਬਿਲਡਰ ਆ, ਚਾਹੇ ਉਹਨੂੰ ਅਸੀਂ ਇੱਕ ਫਿਟਨੈਸ ਦੇਖਦੇ। ਦੂਸਰੇ ਨੰਬਰ ਤੇ ਆਉਂਦਾ ਆ ਐਕਸਰਸਾਈਜ਼। ਜਿਮ ਦੇ ਵਿੱਚ ਤੁਹਾਡੀ ਐਕਸਰਸਾਈਜ਼ ਵੀ ਹੋਣੀ ਆ, ਜਿਮ ਦੇ ਵਿੱਚ ਤੁਹਾਡੀ ਬੋਡੀ ਦੋਨੇ ਚੀਜ਼ਾਂ ਹੋਣੀਆਂ। ਤੇ ਜੇ ਅਸੀਂ ਗੱਲ ਕਰਦੇ, ਪਹਿਲਾਂ ਅਸੀਂ ਜਿਹੜੀ ਗੱਲ ਕੀਤੀ ਆ ਕਿ ਡਾਈਟ ਤੋਂ ਬਾਅਦ ਉਹਨੂੰ ਪਚਾਉਣ ਲਈ ਤੁਸੀਂ ਐਕਸਰਸਾਈਜ਼ ਕਰਨੀ ਆ। ਉਹ ਐਕਸਰਸਾਈਜ਼ ਜਿਹੜੀ ਬੋਡੀ ਬਿਲਡਰ ਨੇ ਵੀ ਕਰਨੀ ਤੇ ਫਿਟਨੈਸ ਨੇ ਵਾਲੇ ਉਹਨੇ ਵੀ ਕਰਨੀ, ਨਾਰਮਲ ਨੇ ਵੀ ਕਰਨੀ। ਹੁਣ ਇੱਥੋਂ ਦੋਨਾਂ ਦਾ ਟਰੈਕ ਹੋ ਗਿਆ ਅਲੱਗ-ਅਲੱਗ। ਇਹ ਚੌਂਕ ਸੀਗਾ, ਇੱਥੋਂ ਦੋ ਰਸਤੇ ਨਿਕਲ ਗਏ, ਉਹ ਰਸਤਿਆਂ ਤੋਂ ਬਾਅਦ ਦੋਨੇ ਚੇਂਜ ਹੋ ਗਏ। ਇੱਥੇ ਆ ਕੇ ਦੋਨਾਂ ਦੇ ਵਿੱਚ ਉਹ ਇੱਕ ਆਪਸ ਵਿੱਚ ਬਹਿਸ ਛਿੜ ਜਾਂਦੀ ਕਿ ਮੈਂ ਬੋਡੀ ਬਿਲਡਰ ਬਣਨ ਆਇਆ ਸੀ ਕਿ ਮੈਂ ਫਿਟ ਹੋਣ ਆਇਆ ਸੀ। ਇਹ ਜਿਹੜੀ ਕਮੀ, ਜਿਹੜਾ ਤੁਸੀਂ ਸਵਾਲ ਕੀਤਾ, ਉੱਥੇ ਕਮੀ ਇਹ ਖੜੀ ਹੁੰਦੀ ਹੈ ਕਿ ਸਾਨੂੰ ਆਪਣਾ ਟੀਚਾ ਹੀ ਨਹੀਂ ਪਤਾ ਲੱਗਦਾ। ਹੁਣ ਜਿਹੜਾ ਇਹ ਪੋਡਕਾਸਟ ਆ, ਉਹਦੇ ਰਾਹੀਂ ਅਸੀਂ ਇਹ ਹੀ ਡਿਸਾਈਡ ਕਰਨਾ ਆ ਕਿ ਅਸੀਂ ਬੋਡੀ ਬਿਲਡਿੰਗ ਕਰਨੀ ਤਾਂ ਕੀ ਕਰਨਾ ਆ, ਜੇ ਅਸੀਂ ਫਿਟ ਰਹਿਣਾ ਆ ਤਾਂ ਕੀ ਕਰਨਾ। ਉਹ ਵੀ ਫਿਟ ਰਹਿਣ ਲਈ ਤੁਹਾਨੂੰ ਨਾ ਤਾਂ ਜ਼ਰੂਰੀ ਐਕਸਟਰਾ ਆਰਡੀਨਰੀ ਸਪਲੀਮੈਂਟ, ਜਿਹੜੀ ਬਹੁਤ ਜ਼ਿਆਦਾ ਸਪਲੀਮੈਂਟ ਐਡਵਾਂਸ ਆ, ਨਾ ਹੀ ਤੁਹਾਨੂੰ ਜ਼ਰੂਰੀ ਹੈ ਕਿਸੇ ਤਰ੍ਹਾਂ ਦੀ ਮੈਡੀਸਨ। ਫਿਟ ਰਹਿਣ ਦਾ ਮਤਲਬ ਕੀ ਆ? ਸਭ ਤੋਂ ਪਹਿਲਾਂ ਤੁਹਾਡਾ ਦਿਲ ਜਿਹੜਾ ਸਾਰੀ ਬੋਡੀ ਨੂੰ ਹੈਂਡਲ ਕਰਦਾ, ਉਹ ਮਜ਼ਬੂਤ ਹੋਣਾ ਚਾਹੀਦਾ। ਦਿਲ ਕਿੱਦਾਂ ਆ? ਜਿੱਦਾਂ ਇੱਕ ਬਾਈਕ ਵਿੱਚ ਕਾਰਬੋਰੇਟਰ ਹੁੰਦਾ ਆ, ਗੱਡੀ ਦੇ ਵਿੱਚ ਪੰਪ ਹੁੰਦਾ ਜਿਹੜਾ ਤੇਲ ਦੀ ਸਪਲਾਈ ਕਰਦਾ। ਜਦੋਂ ਤੁਹਾਡਾ ਕਾਰਬੋਰੇਟਰ ਹੀ ਸਹੀ ਨਹੀਂ ਹੈਗਾ, ਫਿਰ ਤੁਹਾਡੀ ਜਿਹੜੀ ਬੋਡੀ ਆ, ਤੁਹਾਡੀ ਬਾਈਕ ਆ, ਉਹ ਕਿੱਦਾਂ ਸਹੀ ਚੱਲੂਗੀ? ਇੱਦਾਂ ਤੁਹਾਡਾ ਜਿਹੜਾ ਦਿਲ ਆ, ਉਹ ਖੂਨ ਦੀ ਸਪਲਾਈ ਕਰਦਾ ਸਾਰੀ ਬੋਡੀ ਨੂੰ। ਜਦੋਂ ਖੂਨ ਦੀ ਸਪਲਾਈ ਸਹੀ ਜਾਊਗੀ, ਸਾਰੀ ਬੋਡੀ ਦੇ ਵਿੱਚ ਐਕਟੀਵਿਟੀ ਸਹੀ ਹੋਣਗੀਆਂ। ਦਿਲ ਸਹੀ ਆ, ਕਿਡਨੀਆਂ ਸਹੀ ਆ, ਲੀਵਰ ਸਹੀ ਆ, ਤੁਹਾਡੀ ਬੋਡੀ ਫਿੱਟ ਆ। ਉਸ ਤੋਂ ਵੀ ਜ਼ਿਆਦਾ ਜੇ ਅਸੀਂ ਇਹਨੂੰ ਫਿਟਨੈਸ ਨਾਲ ਜੋੜੀਏ, ਬੰਦੇ ਕਹਿੰਦੇ ਮੇਰਾ ਪੇਟ ਸਹੀ ਹੋਣਾ ਚਾਹੀਦਾ, ਮੇਰੇ ਸ਼ਰਟ ਪਾਈ ਸਹੀ ਲੱਗੇ, ਮੈਨੂੰ ਬਿਮਾਰੀਆਂ ਨਾ ਹੋਣ, ਤੁਸੀਂ ਫਿੱਟ ਆ। ਇੱਕ ਤੁਸੀਂ ਜਿਮ ਦੀ ਵਿੱਚ ਗੱਲ ਕੀਤੀ, ਜਿਮ ਨੂੰ ਲੈ ਕੇ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਆਉਂਦੀ ਹੈ ਕਿ ਆਪਾਂ ਨੋਟਿਸ ਕੀਤਾ ਆ, ਜੇ ਆਪਾਂ ਜਲੰਧਰ ਦੀ ਗੱਲ ਕਰ ਲਈਏ, ਕਪੂਰਥਲਾ ਸ਼ਹਿਰ ਤੋਂ ਤੁਸੀਂ ਬਿਲੋਂਗ ਕਰਦੇ, ਆਪਾਂ ਉਹਦੀ ਗੱਲ ਕਰ ਲਈਏ, ਨੋ ਡਾਊਟ ਜਿਮ ਵੱਧ ਗਏ, ਅਵੇਅਰਨੈਸ ਵੱਧ ਗਈ, ਡਾਈਟੀਸ਼ੀਅਨ ਵੱਧ ਗਏ, ਗਾਈਡ ਕਰਨ ਵਾਲੇ ਵੱਧ ਗਏ, ਪਰ ਬਿਮਾਰੀਆਂ ਉਨੀਆਂ ਵੱਧ ਗਈਆਂ। ਇਹਦਾ ਕੀ ਵੱਡਾ ਕਾਰਨ ਹੈ ਕਿ ਅਸੀਂ ਜਿਮ ਵੀ ਖੋਲੀ ਜਾ ਰਹੇ, ਫਿਟਨੈਸ ਸੈਂਟਰ ਵੀ ਖੋਲੀ ਜਾ ਰਹੇ, ਜਿਮ 'ਚ ਧੜਾ ਜਾਈ ਵੀ ਜਾ ਰਹੇ, ਬੈਗ ਵੀ ਲੈ ਕੇ ਜਾਂਦੇ, ਸਪਲੀਮੈਂਟ ਵੀ ਖਾਂਦੇ, ਬਿਮਾਰੀਆਂ ਫਿਰ ਵੱਧ ਗਈਆਂ। ਦੇਖੋ, ਬਿਮਾਰੀ ਵਧਣ ਦਾ ਸਭ ਤੋਂ ਪਹਿਲਾ ਕਾਰਨ ਕੀ ਆ? ਮਾਰਕੀਟ 'ਚ ਇੱਕ ਪਾਣੀ ਦੀ ਬੋਤਲ ਵੀ ਆਉਂਦੀ ਆ, ਉਹਦੀ ਵੀ ਐਕਸਪਾਇਰੀ ਆ, ਉਹਨੇ ਵੀ ਕਿਸੇ ਬਹਾਨੇ ਖਰਾਬ ਹੋਣਾ ਆ ਜਾਂ ਉਹਨੇ ਖਤਮ ਹੋਣਾ, ਨਸ਼ਟ ਹੋਣਾ। ਧਰਤੀ ਤੇ ਜਿਹੜਾ ਪ੍ਰੋਡਕਟ, ਜਿਹੜਾ ਕੋਈ ਵੀ ਇਨਸਾਨ ਆਇਆ ਜਾਂ ਕੋਈ ਵੀ ਪ੍ਰੋਡਕਟ ਬਣਿਆ, ਪਾਣੀ ਜਿਹੜੀਆਂ ਇਹ ਚੀਜ਼ਾਂ ਇਨਸਾਨ ਬਣਾਉਂਦਾ, ਇਹਨਾਂ ਨੂੰ ਪੈਕ ਕਰਦਾ, ਖਾਣੇ ਜਿਹੜਾ ਬੰਦਾ ਇਨਸਾਨ ਬਣਾਉਂਦਾ, ਉਹਨਾਂ ਤੱਕ ਦੀ ਐਕਸਪਾਇਰੀ ਹੈਗੀ। ਅਸੀਂ ਤੇ ਕਿ ਜੀਂਦੇ ਜਾਗਦੇ ਇਨਸਾਨ, ਸਾਡੀ ਸਾਰੇ ਦੀ ਐਕਸਪਾਇਰੀ ਹੈਗੀ। ਸਾਡਾ ਇੱਕ ਬਹਾਨਾ ਵੀ ਹੈਗਾ, ਇਹ ਸੱਚ ਆ, ਇਹਨੂੰ ਸਾਨੂੰ ਪਹਿਲਾਂ ਮੰਨਣਾ ਪੈਣਾ। ਮੈਂ ਗੱਲ ਸੱਚ ਤੋਂ ਹੀ ਸ਼ੁਰੂ ਕਰੂੰਗਾ। ਇਹ ਸੱਚ ਆ ਕਿ ਸਾਨੂੰ ਬਿਮਾਰੀ ਲੱਗਣੀ ਆ ਕਿਸੇ ਨਾ ਕਿਸੇ ਤਰੀਕੇ ਤੋਂ। ਬਿਮਾਰੀ ਤੋਂ ਕੀ ਪਤਾ ਤੁਹਾਡਾ ਅੱਗੇ ਸਮਾਂ ਖਤਮ ਹੋਣ ਵਾਲਾ ਹੋਵੇ, ਪਰ ਹੁਣ ਜੇ ਅਸੀਂ ਇਹ ਸੋਚ ਲਈਏ ਮੈਂ ਬਿਮਾਰ ਹੀ ਹੋਣਾ, ਜੋ ਮਰਜ਼ੀ ਕਰਾਂ, ਇਹ ਵੀ ਅੱਜ ਦੇ ਸਮੇਂ 'ਚ ਇਦਾਂ ਨਹੀਂ ਲੱਗਦਾ ਕਿ ਸਾਨੂੰ ਤਾਂ ਲੱਗਦਾ ਬਿਮਾਰੀ ਅਸੀਂ ਲਵਾਉਂਦੇ ਜ਼ਿਆਦਾ ਹਾਂ। ਜੀ, ਮੈਂ ਉਸੇ ਗੱਲ ਤੇ ਆ ਰਿਹਾ। ਬਿਮਾਰੀ ਹੁਣ ਲਵਾਉਣੀ ਸ਼ੁਰੂ ਅਸੀਂ ਹੀ ਕਰਦੇ ਹਾਂ। ਉਦਾਹਰਨ ਦੇ ਤੌਰ ਤੇ ਮੈਨੂੰ ਮੈਂ ਇੰਨਾ ਕੁ ਹਾਰਡ ਵਰਕ ਕੀਤਾ, ਉਸ ਪਰਮਾਤਮਾ ਨੇ ਮੈਨੂੰ ਕਾਰ ਲੈਣ ਜੋਗਾ ਕਰਤਾ। ਤੁਹਾਡੇ ਹਾਰਡ ਵਰਕ ਨੂੰ ਵੀ ਫਾਲੋ ਪਰਮਾਤਮਾ ਹੀ ਲਾਉਂਦਾ ਆ। ਜਦੋਂ ਤੁਸੀਂ ਕਾਰ ਲਈ ਤਾਂ ਕੀ ਹੁਣ ਜਿਹੜੀ ਬ੍ਰੇਕ ਆ, ਉਹ ਆ ਕੇ ਪਰਮਾਤਮਾ ਥੋੜੀ ਲਾਊਗਾ, ਬ੍ਰੇਕਾਂ ਤਾਂ ਤੁਹਾਡੇ ਪੈਰਾਂ 'ਚ ਆ। ਇਦਾਂ ਹੀ ਜਿਹੜੀ ਬਿਮਾਰੀ ਆ ਤੁਹਾਨੂੰ ਲੱਗਣੀ ਆ, ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲੱਗਦੀ ਆ, ਸਿਹਤ ਸੰਬੰਧੀ ਕੋਈ ਵੀ, ਪਰ ਉਹ ਤੋਂ ਬਚਣਾ ਅਸੀਂ ਆ। ਅਸੀਂ ਕੀ ਕਰਦੇ ਆ? ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਖਾਣਾ ਆ ਉਹਨੂੰ ਹੀ ਉਲਟ ਕਰ ਦਿੰਦੇ। ਤੁਹਾਨੂੰ ਘਰ ਦਾ ਖਾਣਾ, ਘਰ ਦਾ ਘਿਓ, ਘਰ ਦੀ ਲੱਸੀ, ਘਰ ਦਾ ਰੋਟੀ ਪਾਣੀ ਕਦੀ ਵੀ ਬਿਮਾਰੀ ਨਹੀਂ ਲਾਊਗਾ, ਸਗੋਂ ਠੀਕ ਹੈ। ਅੱਜ ਕੱਲ ਦਾ ਯੂਥ ਕਹਿੰਦਾ ਸਾਨੂੰ ਪਚਦਾ ਹੀ ਨਹੀਂ ਘਰ ਦਾ ਖਾਣਾ। ਪਚਦਾ ਕਿਉਂ ਨਹੀਂ? ਕਿਉਂਕਿ ਖਾਂਦੇ ਨਹੀਂ। ਹੁਣ ਜਿਹੜੀ ਚੀਜ਼ ਸਾਡੀ ਪਹੁੰਚ ਹੀ ਹੈ ਨਹੀਂ, ਸਾਨੂੰ ਅਸੀਂ ਉਹਨੂੰ ਪਹੁੰਚਾ ਹੀ ਨਹੀਂ ਸਕਦੇ। ਉਹਨੂੰ ਦੋਸ਼ ਆਪਣੇ ਆਪ ਨੂੰ ਨਹੀਂ ਦੇ ਰਹੇ। ਤੁਸੀਂ ਕਾਮਯਾਬ ਕਿਉਂ ਨਹੀਂ ਹੋ ਰਹੇ, ਤੁਸੀਂ ਬਿਮਾਰ ਕਿਉਂ ਹੋ ਰਹੇ ਆ? ਸਭ ਤੋਂ ਪਹਿਲਾਂ ਇਹ ਮੰਨੋ ਕਿ ਤੁਹਾਡੀ ਗਲਤੀ। ਨੋ ਡਾਊਟ ਬਿਮਾਰੀ ਲੱਗਣ 'ਚ ਕਿਸੇ ਦਾ ਕੋਈ ਹੱਥ ਨਹੀਂ ਹੁੰਦਾ, ਪਰ ਖਾਣਾ ਤਾਂ ਮੇਰੇ ਮੂੰਹ 'ਚ ਹੀ ਜਾਣਾ, ਮੇਰੇ ਹੱਥਾਂ ਨਾਲ ਹੀ ਜਾਣਾ। ਮੈਂ ਉਹਨੂੰ ਖਾਣੇ ਨੂੰ ਨਹੀਂ ਕੰਟਰੋਲ ਕਰ ਰਿਹਾ। ਹੁੰਦਾ ਕੀ ਆ, ਅੱਜ ਜਿੰਨੇ ਵੀ ਸਾਡੀ ਜੇਬਾਂ 'ਚ ਫੋਨ ਆ, ਕੀ ਹਰ ਇੱਕ ਦੇ ਫੋਨ ਦੇ ਵਿੱਚ ਜਿਹੜੀ ਫੂਡ ਆਰਡਰ ਕਰਨ ਵਾਲੀ ਐਪ ਨਹੀਂ ਹੈਗੀ? ਜਿਹੜੀ ਵੀ ਐਪ ਤੁਸੀਂ ਰੱਖਦੇ ਆ, ਤੁਸੀਂ ਉਸ ਐਪ ਨੂੰ ਕਾਹਦੇ ਲਈ ਰੱਖਦੇ? ਯੂਜ਼ ਕਰਨ ਲਈ ਰੱਖਦੇ। ਜਿਹਨੂੰ ਮਰਜ਼ੀ ਪੁੱਛ ਲਓ, ਮੈਂ ਤਾਂ ਭਾਜੀ ਬਾਹਰਲਾ ਖਾਂਦਾ ਹੀ ਨਹੀਂ, ਮੈਂ ਤਾਂ ਖਾਂਦਾ ਹੀ ਨਹੀਂ। ਕਿਉਂ ਨਹੀਂ ਖਾਂਦੇ? ਇਹਨਾਂ ਜਿਹੜੇ ਆਊਟਲੈਟ ਖੁੱਲੇ ਇਹਨਾਂ ਫੂਡ ਵਾਲੇ, ਆਰਟੀਫਿਸ਼ੀਅਲ ਫੂਡ, ਜਿਨ੍ਹਾਂ ਵਿੱਚ ਪੀਜ਼ਾ, ਬਰਗਰ, ਮੈਂ ਇਹਨੂੰ ਆਰਟੀਫਿਸ਼ੀਅਲ ਫੂਡ ਹੀ ਕਹੂੰਗਾ, ਕਿਉਂਕਿ ਹਰ ਸਾਰੀ ਚੀਜ਼ਾਂ 'ਚ ਪ੍ਰੋਸੈਸਡ ਆ। ਇਹ ਜਿਹੜੇ ਆਰਟੀਫਿਸ਼ੀਅਲ ਫੂਡ ਆ, ਇਹ ਇੰਨੇ ਚੱਲਦੇ ਕਿਉਂ ਆ? ਇੰਨੀ ਸੇਲ ਕਿਉਂ ਹੁੰਦੀ? ਕੋਈ ਨਾ ਕੋਈ ਤਾਂ ਸੇਲ ਕਰਦਾ ਹੀ ਆ। ਜੇ ਅਸੀਂ ਅੱਜ ਆਪਾਂ ਆਪਸ ਦੇਖ ਲਈਏ, ਅਸੀਂ ਫਾਸਟ ਫੂਡ ਖਾਦਿਆਂ ਨੂੰ ਕਿੰਨੇ ਦਿਨ ਹੋ ਗਏ? ਅਸੀਂ ਖਾਂਦੇ ਆ, ਹਰ ਇਨਸਾਨ ਖਾਂਦਾ, ਪਰ
ਬਿਮਾਰੀ ਜਿਹੜੀ ਆਉਂਦੀ ਆ ਸਿਹਤ ਸੰਬੰਧੀ ਜਿਹੜਾ ਤੁਸੀਂ ਸਵਾਲ ਕੀਤਾ ਉਹ ਕਿਉਂ ਪ੍ਰੋਬਲਮ ਆਉਂਦੀ ਆ, ਦਿੱਕਤ ਕਿਉਂ ਆਉਂਦੀ ਆ, ਅਸੀਂ ਪਹਿਲਾਂ ਆਪਣਾ ਖਾਣਾ ਨਹੀਂ ਸਹੀ ਰੱਖਦੇ, ਉਸ ਤੋਂ ਬਾਅਦ ਅਸੀਂ ਇਹ ਨਹੀਂ ਦੇਖਦੇ ਕਿ ਮੈਨੂੰ ਕੀ ਚਾਹੀਦਾ। ਮੰਨ ਲਓ ਮੈਂ ਬਾਡੀ ਬਿਲਡਰ ਹਾਂ, ਮੈਂ 150 ਕਿਲੋ ਬੈਂਚ ਲਾਈ, ਦੂਸਰਾ ਬੰਦਾ ਮੈਨੂੰ ਦੇਖ ਕੇ 150 ਕਿਲੋ ਲਾਊਗਾ, ਮੈਨੂੰ ਦੇਖ ਕੇ ਖਾਣਾ ਖਾਊਗਾ, ਮੈਨੂੰ ਦੇਖ ਕੇ ਸਪਲੀਮੈਂਟ ਖਾਊਗਾ, ਪਰ ਮੇਰੀ ਹਿਸਟਰੀ ਨਹੀਂ ਕਿਸੇ ਨੂੰ ਪਤਾ। ਅਸੀਂ ਸੂਰਜ ਚਮਕਦਾ ਦੇਖਿਆ, ਪਰ ਸੂਰਜ ਪਿੱਛੇ ਇੱਕ ਹਨੇਰੀ ਰਾਤ ਵੀ ਸੀ, ਅਸੀਂ ਉਹ ਦੇਖੀ ਨਹੀਂ। ਅਸੀਂ ਬੰਦਾ ਬਣਿਆ ਦੇਖ ਲਿਆ, ਬਾਡੀ ਫਿੱਟ ਦੇਖ ਲਈ, ਅਸੀਂ ਦੇਖ ਲਿਆ ਵੀ ਇਹ ਆ ਰਿਹਾ, ਇਹਦੀ ਬਾਡੀ ਬਣੀ, ਮੈਂ ਵੀ ਖਾਊਂਗਾ। ਪਰ ਕੀ ਜਿਹੜੀ 10ਵੀਂ ਆ ਉਹ ਇੱਕੋ ਸਾਲ 'ਚ ਹੋ ਜਾਂਦੀ, ਉਹਨੂੰ 10 ਸਾਲ ਲੱਗਦੇ ਆ। ਹੁਣ ਇੱਥੇ ਕਈਆਂ ਨੇ ਕਹਿ ਦੇਣਾ ਹਾਂ ਇੱਕੋ ਸਾਲ 'ਚ ਹੁੰਦੀ, ਉਹ 10ਵੀਂ ਤੱਕ ਪਹੁੰਚਣ ਨੂੰ ਤਾਂ 9 ਸਾਲ ਲੱਗਣੇ ਹੀ ਆ। ਹੁੰਦਾ ਕੀ ਆ, ਜਦੋਂ ਅਸੀਂ ਇਹ ਨਹੀਂ ਸਮਝਦੇ ਕਿ ਮੈਨੂੰ ਪਹਿਲਾਂ ਅਸੀਂ ਫੂਡ ਦੀ ਗੱਲ ਕੀਤੀ, ਦੂਸਰਾ ਮੈਨੂੰ ਐਕਸਰਸਾਈਜ਼ ਕੀ ਜ਼ਰੂਰੀ ਆ, ਮੈਨੂੰ ਜੇ ਕੋਈ ਸਪਲੀਮੈਂਟ ਜ਼ਰੂਰੀ ਹੈ ਤਾਂ ਕਿੰਨਾ ਕੁ ਜ਼ਰੂਰੀ। ਨੋ, ਅਸੀਂ ਕਦੇ ਵੀ ਪਦਾਰਥ ਦੀ ਜਿਹੜੀ ਜ਼ਰੂਰਤ ਆ, ਪ੍ਰੋਡਕਟ ਦੀ ਜਿਹੜੀ ਜ਼ਰੂਰਤ ਆ, ਉਹ ਨਹੀਂ ਸਮਝਦੇ। ਉਹੋ ਹੀ ਸਾਡੀ ਬਿਮਾਰੀ ਦਾ ਕਾਰਨ ਬਣਦਾ, ਉਹੋ ਹੀ ਸਾਡੀ ਇੰਜਰੀ ਦਾ ਕਾਰਨ ਬਣਦਾ, ਉਹੋ ਹੀ ਸਾਨੂੰ ਅੱਗੇ ਜਾ ਕੇ ਜਿਹੜਾ ਫੇਲ ਹੋਣ ਦਾ ਕਾਰਨ ਬਣਦਾ ਆ। ਸੋ ਇੱਥੇ ਜਿਹੜੀ ਚੀਜ਼ ਆਉਂਦੀ ਆ, ਸਾਨੂੰ ਦੋਨਾਂ ਚੀਜ਼ਾਂ ਨੂੰ ਦੇਖਣਾ ਪੈਣਾ। ਪਹਿਲਾਂ ਮੈਨੂੰ ਕੀ ਜ਼ਰੂਰਤ ਆ, ਖਾਣਾ ਕਿੱਦਾਂ ਦਾ ਖਾਣਾ, ਦੂਸਰਾ ਮੈਂ ਐਕਸਰਸਾਈਜ਼ ਕਿਹੜੀ ਲਾਉਣੀ, ਤੀਸਰਾ ਜੇ ਉਹ ਬੰਦਾ ਸਪਲੀਮੈਂਟ ਖਾ ਰਿਹਾ ਤਾਂ ਕਿਸ ਪਰਪਸ ਲਈ ਖਾ ਰਿਹਾ। ਉਸ ਤੋਂ ਵੀ ਜ਼ਿਆਦਾ ਜਿਹੜਾ ਜ਼ਰੂਰੀ ਆ, ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹਰ ਬੰਦਾ, ਜੇ ਅੱਜ ਅਸੀਂ ਵੀ ਵੀਡੀਓ ਪਾ ਰਹੇ ਹਾਂ, ਅਸੀਂ ਵੀ ਸ਼ੇਅਰ ਕਰ ਰਹੇ ਹਾਂ ਕੁਝ, ਤਾਂ ਪਹਿਲਾਂ ਤਾਂ ਸਾਡਾ ਆਪਣਾ ਉਹ ਹੈ ਨਾ, ਇਹਦੇ ਵਿਊ ਵਧਾਵਾਂ। ਹਰ ਬੰਦਾ ਵੀਡੀਓ ਆਪਣੇ ਵਿਊ ਵਧਾਉਣ ਲਈ ਪਾ ਦਿੰਦਾ ਵੀ ਮੇਰੀ ਜਿਹੜੀ ਵੀਡੀਓ ਆ ਉਹ ਵਿਊ ਵਧਣ ਕਿਸੇ ਨਾ ਕਿਸੇ ਤਰੀਕੇ। ਉਹ ਬੰਦਾ ਇਹ ਨਹੀਂ ਦੇਖਦਾ ਕਿ ਮੇਰੀ ਵੀਡੀਓ ਦਾ ਕਿਸੇ ਨੂੰ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ ਜਾਂ ਕੀ ਹੋ ਰਿਹਾ। ਨਹੀਂ, ਉੱਥੇ ਜਾ ਕੇ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ। ਸੋਸ਼ਲ ਮੀਡੀਆ ਤੇ ਤੁਸੀਂ ਹਰ ਚੀਜ਼ ਸੁਣੋ, ਹਰ ਚੀਜ਼ ਦੇਖੋ, ਪਰ ਲਾਗੂ ਆਪਣੇ ਹਿਸਾਬ ਨਾਲ ਕਰੋ। ਇੱਥੇ ਮੈਂ ਛੋਟੀ ਜਿਹੀ ਗੱਲ ਕਰਕੇ ਇਹਨੂੰ ਖਤਮ ਕਰੂੰਗਾ। ਸਾਡੇ ਕੋਈ ਵੀ ਬੰਦਾ ਹਲਕਾ ਜਿਹਾ ਫਿੱਟ ਹੋ ਜਾਂਦਾ, ਜਾਂ ਤਾਂ ਆਪਣੇ ਆਪ ਨੂੰ ਡਾਈਟੀਸ਼ੀਅਨ ਕਹਾਉਂਦਾ ਆ, ਜਾਂ ਉਹ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਬੋਡੀ ਬਿਲਡਰ ਕਹਾਉਂਦਾ। ਜੇ ਕਿਸੇ ਦੀ ਇੱਕ ਪਲੇਸ ਵੀ ਆ ਗਈ ਸਟੇਜ ਤੇ, ਉਹ ਕਹਿੰਦਾ ਮੇਰੇ ਕੋਲ ਆਨਲਾਈਨ ਟ੍ਰੇਨਿੰਗ ਲਓ। ਇੱਥੇ ਕੀ ਹੁੰਦਾ ਹੈ, ਹਰ ਬੰਦਾ ਉਸ ਤੋਂ ਬਾਅਦ YouTube ਨੂੰ ਫੋਲੋ ਕਰਦਾ। ਕੀ ਅਸੀਂ ਇੱਕ ਐਗਜ਼ਾਮਪਲ ਲੈਨੇ, ਓਲੰਪੀਆ ਲੈਵਲ ਤੇ ਬੋਡੀ ਬਿਲਡਰ ਆਉਂਦੇ, ਮਿਸਟਰ ਓਲੰਪੀਆ ਹੁੰਦਾ ਜਿਹੜਾ ਵਰਲਡ ਦਾ ਸਭ ਤੋਂ ਵੱਡਾ ਬਿਗੇਸਟ ਕੰਪੀਟੀਸ਼ਨ ਆ ਬੋਡੀ ਬਿਲਡਿੰਗ ਲਾਈਨ 'ਚ, ਤੇ ਉਹਦੇ ਵਿੱਚ ਜਿਹੜੇ ਬੋਡੀ ਬਿਲਡਰ ਪਾਰਟਿਸਿਪੇਟ ਕਰਦੇ ਉਹਨਾਂ ਨੂੰ ਇੰਨੀ ਕੁ ਨੌਲੇਜ ਆ, ਅਸੀਂ ਸੋਚ ਨਹੀਂ ਸਕਦੇ ਬੋਡੀ ਬਿਲਡਰਾਂ ਨੂੰ। ਪਰ ਉਹਨਾਂ ਦਾ ਅੱਜ ਵੀ ਟ੍ਰੇਨਰ ਆ, ਅੱਜ ਵੀ ਉਹਨਾਂ ਦਾ ਕੋਚ ਆ, ਅੱਜ ਵੀ ਡਾਕਟਰ ਆ। ਕੀ ਉਹ YouTube ਤੋਂ ਬੋਡੀ ਨਹੀਂ ਬਣਾ ਸਕਦੇ? ਸਾਡੇ ਬੰਦੇ ਇਹੀ ਸੋਚਦੇ ਆ YouTube ਤੋਂ ਬੋਡੀ ਬਣਨੀ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਬੋਡੀ ਬਣਨੀ। ਨਹੀਂ, ਤੁਹਾਨੂੰ ਬੋਡੀ ਬਣਾਉਣ ਲਈ ਕਿਸੇ ਐਕਸਪੀਰੀਅੰਸ ਡਾਈਟੀਸ਼ੀਅਨ, ਕਿਸੇ ਐਕਸਪੀਰੀਅੰਸ ਡਾਕਟਰ, ਕਿਸੇ ਐਕਸਪੀਰੀਅੰਸ ਟ੍ਰੇਨਰ ਦੀ ਲੋੜ ਆ। ਤੁਹਾਡੀ ਗੱਲ ਦੇ ਵਿੱਚ ਬੜੀ ਵਧੀਆ ਇੱਕ ਗੱਲ ਨਿਕਲੀ ਹੈ ਕਿ ਜਿਹੜਾ ਤਾਂ ਬੰਦਾ ਸਾਹਮਣੇ ਸਾਡੇ ਬੈਠਾ, ਲਾਈਵ ਐਗਜ਼ਾਮਪਲ, ਉਹ ਜਦੋਂ ਸਾਨੂੰ ਕੋਈ ਸਲਾਹ ਦਿੰਦਾ ਤੇ ਅਸੀਂ ਕਹਿੰਦੇ ਇਹਨੂੰ ਬਹੁਤਾ ਪਤਾ ਜੀ। ਉਹੀ ਸੇਮ ਚੀਜ਼ ਜਦੋਂ ਅਸੀਂ YouTube ਤੇ ਦੇਖਦੇ ਆ, ਕੋਈ ਰੀਲ ਦੇ ਵਿੱਚ ਦੇਖਦੇ ਆ, ਅਸੀਂ ਬਲਾਈਂਡਲੀ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ, ਅੰਨ੍ਹੇਵਾਹ ਉਹਦੇ ਪਿੱਛੇ ਲੱਗ ਜਾਂਦੇ। ਕੱਲਾ ਪਿੱਛੇ ਨਹੀਂ ਲੱਗਦੇ, ਘਰ 'ਚ ਭਲਾਈ ਵੀ ਕਰਨ ਦੀ ਕੋਸ਼ਿਸ਼ ਕਰਦੇ ਆ। ਜੀ, ਇਹਦੇ ਵਿੱਚ ਹੁੰਦਾ ਕੀ ਆ? ਸਭ ਤੋਂ ਪਹਿਲਾਂ ਦੇਖੋ, ਭੀੜ ਸਿਆਣੇ ਲੋਕਾਂ ਦੀ ਨਹੀਂ ਹੁੰਦੀ। ਭੀੜ 'ਚ ਸਿਆਣੇ ਲੋਕ ਨਹੀਂ ਖੜਦੇ। ਜਿਹੜੇ ਸਿਆਣੇ ਸਮਝਦਾਰ ਲੋਕ ਹੁੰਦੇ, ਉਹ ਭੀੜ ਆਪਣੇ ਪਿੱਛੇ ਚਲਾਉਂਦੇ ਆ ਜਾਂ ਆਪਣਾ ਹੀ ਰਸਤਾ ਬਣਾਉਂਦੇ ਆ। ਹੁੰਦਾ ਕੀ ਆ, ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਵੀ ਅੱਛਾ ਯਾਰ ਬੰਦੇ ਨੇ ਵੀਡੀਓ ਪਾਈ, ਇਹਦੇ ਵਿਊ ਕਿੰਨੇ, ਇਹਦੇ ਕਮੈਂਟ ਕਿੰਨੇ ਅੱਛੇ ਆ। ਕੀ ਪਤਾ ਵਿਊ ਪੇਡ ਹੋਣ, ਕੀ ਪਤਾ ਕਮੈਂਟ ਪੇਡ ਹੋਣ, ਕੀ ਪਤਾ 10 ਜਣਿਆਂ ਨੂੰ ਕਹਿ ਦਿੱਤਾ ਹੋਵੇ ਕਮੈਂਟ ਕਰ ਦਿਓ। ਅਸੀਂ ਉਹ ਚੀਜ਼ ਦੇਖ ਲਈ। ਜਾਂ ਉਸ ਬੰਦੇ ਨੇ, ਕਿਸੇ ਨੇ ਕੋਈ ਸਪਲੀਮੈਂਟ ਸੇਲ ਕਰਨਾ, ਪ੍ਰੋਡਕਟ ਸੇਲ ਕਰਨਾ, ਕਹਿਣਾ ਮੇਰਾ ਪ੍ਰੋਡਕਟ ਆਊਟ ਆਫ ਸਟਾਕ ਹੋ ਗਿਆ। ਕੀ ਪਤਾ ਬਣਾਇਆ ਵੀ ਹੀ ਕਿ ਨਹੀਂ, ਸਾਨੂੰ ਕੀ ਪਤਾ ਉਹਦੇ ਸਟੋਰ 'ਚ ਕੀ ਪਿਆ। ਮਤਲਬ ਸੋਸ਼ਲ ਮੀਡੀਆ ਤੇ ਉਹ ਚੀਜ਼ ਆਉਂਦੀ ਆ ਜਿਹੜੀ ਚੰਗੀ ਆ, ਜਿਹੜਾ ਆਪਣੇ ਆਪ ਨੂੰ ਚੰਗਾ ਦਿਖਾਉਣਾ ਚਾਹੁੰਦਾ। ਸਾਡੇ ਮਨ 'ਚ ਧਾਰਨਾ ਵੀ ਇਸ ਚੀਜ਼ ਨੂੰ ਲੈ ਕੇ ਵੀ ਉਹੀ ਠੀਕ ਆ ਜੋ ਸੋਸ਼ਲ ਹੁਣ ਇੱਕ ਬੰਦਾ, ਇੱਕ ਬਾਡੀ ਬਿਲਡਰ ਮੰਨ ਲਓ 150 ਕਿਲੋ ਦੀ ਬੈਂਚ ਲਾ ਰਿਹਾ, ਉਹਨੇ ਵੀਡੀਓ ਪਾਈ, ਅਸੀਂ ਪਹਿਲਾਂ ਬੜੇ ਹੈਰਾਨੀ ਹੋ ਕੇ ਦੇਖਦੇ, ਫੋਨ ਖੋਲਿਆ, ਹਾਂ ਅੱਛਾ ਇਹ ਲਾਊਗਾ। ਜੇ ਉਹਨੇ ਪਾਈ ਆ ਤਾਂ ਲਾਊਗਾ। ਜੇ ਫੇਲ ਹੁੰਦੀ ਲਿਫਟ, ਉਹ ਲਿਫਟ ਨਾ ਲਾਉਂਦਾ ਤਾਂ ਪਾਉਂਦਾ ਹੀ ਨਾ ਕਦੀ। ਜੇ ਮੰਨ ਲਓ ਮੈਂ ਆਪਣੀ ਗੱਲ ਕਰਾਂ, ਮੈਂ 5 ਕਿਲੋ ਦਾ ਡੰਬਲ ਚੱਕਦਾ, ਪਰ ਮੈਂ 5 ਕਿਲੋ ਡੰਬਲ ਦੀ ਵੀਡੀਓ ਨਹੀਂ ਪਾਉਂਦਾ। ਕਿਉਂ? ਮੈਨੂੰ ਲੋਕਾਂ ਨੇ ਕਹਿਣਾ ਯਾਰ ਤੁਸੀਂ ਬਾਡੀ ਬਿਲਡਰ, ਤੁਸੀਂ 5 ਕਿਲੋ ਡੰਬਲ ਲਾਉਂਦੇ। ਮੈਂ ਤਾਂ 25-30 ਕਿਲੋ ਦਾ ਡੰਬਲ ਚੱਕ ਕੇ ਐਕਸੈਪਟ ਲਾਉਂਗਾ, ਦਿਖਾਉਂਗਾ, ਕਿਉਂਕਿ ਜੋ ਦਿਖਦਾ ਸੋ ਵਿਕਦਾ, ਪਰ ਉਹਦੇ ਪਿੱਛੇ ਇੱਕ ਲਾਈਫ ਆ। ਇੱਥੇ ਇਹਨਾਂ ਨੂੰ ਮੇਰੇ ਯੰਗਸਟਰ ਜਿਹੜੇ ਵੀਰ ਭੈਣ ਭਰਾ, ਉਹਨਾਂ ਨੇ ਇੱਕ ਸਵਾਲ ਖੜਾ ਹੋਣਾ, ਫਿਰ ਅਸੀਂ ਕਰੀਏ ਕੀ? ਕਰਨਾ ਸਭ ਤੋਂ ਪਹਿਲਾਂ ਕੀ ਆ, ਤੁਹਾਨੂੰ ਵੀ ਬ੍ਰੇਨ ਦਿੱਤਾ, ਤੁਸੀਂ ਉਸ ਚੀਜ਼ ਨੂੰ ਪਹਿਲਾਂ ਇਹ ਦੇਖੋ, ਜਿਹੜਾ ਬੰਦਾ ਤੁਹਾਨੂੰ ਸਮਝਾ ਰਿਹਾ ਉਹਦਾ ਇਹਦੇ 'ਚ ਕਿੰਨਾ ਐਕਸਪੀਰੀਅੰਸ ਆ, ਪਲੱਸ ਉਹਦੀਆਂ ਗੱਲਾਂ 'ਚ ਸੱਚਾਈ ਕਿੰਨੀ ਬੋਲਦੀ ਆ, ਬੇਸ ਕਿੰਨਾ ਬੋਲਦਾ। ਤੁਸੀਂ ਨਾ ਤਾਂ ਵਿਊ ਤੇ ਜਾਓ, ਨਾ ਉਹਦੇ ਕਮੈਂਟਿੰਗ ਤੇ ਜਾਓ, ਉਹਦੀ ਨੌਲੇਜ ਤੇ ਜਾਓ। ਕਿ ਤੁਹਾਡੇ 'ਚ ਨਹੀਂ ਉਹ ਦਿਮਾਗ ਜਿਹੜਾ ਉਹਦੇ 'ਚ ਆ। ਕਿਸੇ ਨੂੰ ਤੁਸੀਂ ਆਪਣੀ ਬੋਡੀ ਨਹੀਂ ਬਣਾ ਸਕਦੇ, ਪਰ ਕਿਸੇ ਨੂੰ ਸਮਝ ਤਾਂ ਸਕਦੇ, ਉਹਦੀਆਂ ਗੱਲਾਂ ਨੂੰ ਸਮਝ ਸਕਦੇ। ਜੋ ਬੰਦਾ ਤੁਹਾਡੇ ਸਾਹਮਣੇ ਬੈਠਾ ਹੈ, ਸੋਸ਼ਲ ਮੀਡੀਆ ਤੋਂ ਅਸੀਂ ਪਰੇ ਨਹੀਂ ਹੋ ਸਕਦੇ। ਇਹ ਸਾਡੀ ਬੋਡੀ ਦਾ ਇੱਕ ਪਾਰਟ ਹੀ ਬਣ ਗਿਆ ਤੇ ਬਣਨਾ ਚਾਹੀਦਾ ਆ। ਜਿੱਥੋਂ ਤੱਕ ਸਾਨੂੰ ਹੋ ਸਕੇ ਇਹਨੂੰ ਵਰਤਣਾ ਚਾਹੀਦਾ।
ਤੁਸੀਂ ਕੀ ਕਰਨਾ ਆ, ਸੌਖਾ ਜਿਹਾ ਤਰੀਕਾ ਆ, ਤੁਸੀਂ ਪਹਿਲਾਂ ਉਸ ਬੰਦੇ ਦੀ ਹਿਸਟਰੀ ਦੇਖੋ, ਬੰਦਾ ਗੱਲ ਕੀ ਕਹਿੰਦਾ, ਤੇ ਦੂਸਰੀ ਗੱਲ ਉਹਦੀ ਜਿਹੜੀ ਸਟੱਡੀ ਆ, ਉਸ ਤੋਂ ਇਲਾਵਾ ਉਹਨੂੰ ਐਕਸਪੀਰੀਅੰਸ ਕਿੰਨਾ ਹੈ ਲਾਈਨ 'ਚ, ਕਿੰਨਾ ਕੋ ਸੱਚ ਬੋਲ ਰਿਹਾ। ਐਕਸਪੀਰੀਅੰਸ ਤੋਂ ਮੈਂ ਤੁਹਾਨੂੰ ਗੱਲ ਤੁਹਾਡੀ ਟੋਕਦੀ, ਐਕਸਪੀਰੀਅੰਸ ਤੋਂ ਸਾਡੇ ਇੱਕ ਹੋਰ ਧਾਰਨਾ ਦਿਮਾਗ 'ਚ ਸਿਹਤ ਨੂੰ ਲੈ ਕੇ, ਖਾਸ ਕਰਕੇ ਉਹਦਾ ਤਾਂ ਹਰ ਫੀਲਡ ਨੂੰ ਲੈ ਕੇ ਆ। ਆਪਾਂ ਨੂੰ ਲੱਗਦਾ ਵੀ ਇੱਕ ਬੰਦਾ ਹਰਮਿੰਦਰ ਦੁੱਲੋਵਾਲ ਹੈ, ਉਹ ਕਪੂਰਥਲੇ 'ਚ ਬੈਠਾ, ਉਹ ਸਾਨੂੰ ਕੀ ਦੱਸੂਗਾ ਕਪੂਰਥਲੇ 'ਚ ਬੈਠ ਕੇ, ਜਿਹੜਾ ਚੰਡੀਗੜ੍ਹ ਬੈਠਾ, ਦਿੱਲੀ ਬੈਠਾ, ਬੰਗਲੌਰ ਬੈਠਾ, ਜਾਂ ਬਾਹਰਲੀ ਕੰਟਰੀ 'ਚ ਬੈਠ ਕੇ ਡਾਈਟ ਪਲਾਨ ਸਾਡੇ ਬਣਾ ਰਿਹਾ ਜਾਂ ਸਿਹਤ ਬਾਰੇ ਗੱਲ ਕਰ ਰਿਹਾ, ਉਹ ਜ਼ਿਆਦਾ ਆਥੈਂਟਿਕ ਹੈ, ਮਤਲਬ ਉਹ ਵਜਨਦਾਰ ਹੈ। ਜਿਹੜਾ ਬੰਦਾ ਛੋਟੇ ਸ਼ਹਿਰ 'ਚ ਛੋਟੀ ਜਗ੍ਹਾ ਤੇ ਬੈਠ ਕੇ ਤੁਹਾਨੂੰ ਗੱਲ ਦੱਸਦਾ, ਇੱਕ ਬਹੁਤ ਵੱਡੀ ਧਾਰਨਾ ਜਿਹੜੀ ਸਾਡੇ ਦਿਮਾਗ 'ਚ ਬਣੀ ਇਹਦੇ ਵਿੱਚ ਇਹ ਸਿਰਫ ਇੱਕ ਧਾਰਨਾ ਹੀ ਆ, ਸੋਚ ਹੀ ਆ। ਅਸੀਂ ਜੇ ਹਿਸਟਰੀ ਫੋਲੀਏ, ਸਾਡੇ ਜਿਹੜੇ ਪੰਜਾਬ ਦੇ ਵਿੱਚ ਹਰ ਫੀਲਡ 'ਚ, ਚਾਹੇ ਉਹ ਰਾਜਨੀਤਿਕ ਹੋਵੇ, ਚਾਹੇ ਉਹ ਕੋਈ ਸਿੰਗਰ ਹੋਵੇ, ਚਾਹੇ ਉਹ ਕੋਈ ਪਲੇਅਰ ਹੋਵੇ, ਉਹ ਕਿੱਥੋਂ ਨਿਕਲੇ। ਜੇ ਹੁਣ ਅਸੀਂ ਪਲੇਅਰ ਦੀ ਗੱਲ ਕਰੀਏ, ਪਲੇਅਰ ਹਮੇਸ਼ਾ ਇੱਕ ਮਿਡਲ ਕਲਾਸ ਫੈਮਿਲੀ 'ਚੋਂ ਨਿਕਲਦਾ ਆ, ਨਾ ਹੀ ਉਹ ਬਹੁਤ ਹਾਈ ਫਾਈ ਹੁੰਦਾ ਆ, ਨਾ ਹੀ ਉਹ ਬਹੁਤ ਗਰੀਬ ਹੁੰਦਾ ਆ। ਪਿੰਡਾਂ 'ਚੋਂ ਪਲੇਅਰ ਨਿਕਲਦੇ ਆ, ਸ਼ਹਿਰਾਂ 'ਚੋਂ ਕਿੰਨੇ ਕੁ ਪਲੇਅਰ ਨਿਕਲੇ ਆ, ਅਸੀਂ ਇਹ ਗੱਲ ਕਰਦੇ ਹਾਂ। ਪਿੰਡਾਂ 'ਚੋਂ ਪਲੇਅਰ ਵੀ ਉਸੇ ਪਿੰਡ 'ਚੋਂ ਨਿਕਲਦੇ ਆ ਜਿੱਥੇ ਬੱਸ ਤੱਕ ਨਹੀਂ ਜਾਂਦੀ, ਤਾਂ ਅੱਜ ਵੀ ਨਹੀਂ ਜਾਂਦੀ, ਸਹੂਲਤਾਂ ਦੀ ਕਮੀ ਹੈ। ਕਿਉਂ? ਕਿਸੇ ਅਸੀਂ ਕਿੱਤੇ ਨੂੰ, ਕਿਸੇ ਜੌਬ ਨੂੰ ਨਹੀਂ ਉਨੀ ਅਹਿਮੀਅਤ ਦੇ ਸਕਦੇ ਜਿੰਨੀ ਅਸੀਂ ਇਨਸਾਨ ਨੂੰ ਅਹਿਮੀਅਤ ਦਿੰਦੇ ਆ। ਹੁਣ ਅਸੀਂ ਕਿਸੇ ਫੀਲਡ ਦੀ ਗੱਲ ਕਰੀਏ, ਉਹਦੇ ਵਿੱਚ ਚੰਗੇ ਲੋਕ ਵੀ ਆਉਂਦੇ ਆ, ਮਾੜੇ ਵੀ ਆਉਂਦੇ ਆ, ਕੋਈ ਕਿੱਤਾ ਨਹੀਂ ਮਾੜਾ, ਉਹਨੂੰ ਤੁਸੀਂ ਕਿੱਦਾਂ ਚਲਾ ਰਹੇ ਹੋ। ਸੋ ਜਦੋਂ ਇੱਥੇ ਗੱਲ ਆਉਂਦੀ ਆ ਕਿ ਜਿਹੜੀ ਤੁਸੀਂ ਸਵਾਲ ਕੀਤਾ, ਸੋਚ ਤੇ ਜ਼ਿਆਦਾ ਕੰਮ ਕਰਨਾ, ਕਿ ਬੰਦਾ ਜਿਹੜਾ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਉਹ ਹੀ ਅੱਗੇ ਆਊਗਾ। ਕਦੀ ਜੇ ਅਸੀਂ ਵੱਡੇ ਸ਼ਹਿਰਾਂ ਤੇ ਵੱਡੀ ਕੰਟਰੀ ਦੀ ਗੱਲ ਕਰੀਏ, ਉਹ ਤੁਹਾਨੂੰ ਰੋਟੀ ਦਿੰਦੇ, ਤੁਸੀਂ ਉੱਥੇ ਕਿਉਂ ਬੈਠੇ ਆ? ਕਿਉਂਕਿ ਤੁਹਾਡੇ 'ਚ ਕਾਬਲੀਅਤ ਆ। ਜੇ ਅਸੀਂ ਮੰਨ ਲਓ ਬੰਗਲੌਰ ਜਾਂਦੇ ਆ, ਇੰਡੀਆ ਤੋਂ ਬਾਹਰ ਜਾਂਦੇ ਆ, ਅਦਰ ਕੰਟਰੀ 'ਚ ਜਾਂਦੇ ਆ, ਕਿਉਂ ਜਾਂਦੇ ਆ ਤੁਸੀਂ? ਕਿਉਂਕਿ ਤੁਹਾਡੇ 'ਚ ਕਾਬਲੀਅਤ ਆ। ਕੋਈ ਕੰਟਰੀ ਜਿਹੜਾ ਬੰਦਾ ਚੰਗਾ ਪੜ੍ਹਿਆ ਲਿਖਿਆ ਨਹੀਂ ਹੈਗਾ, ਜਾਂ ਜਿਹਦੀ ਬੈਂਕ 'ਚ ਬੈਲੈਂਸ ਨਹੀਂ ਹੈਗਾ, ਉਹਨੂੰ ਵੀਜ਼ਾ ਦਿੰਦੀ ਆ? ਨਹੀਂ ਦਿੰਦੀ। ਮੰਨ ਲਓ ਕਿਸੇ ਕੰਪਨੀ ਨੇ ਤੁਹਾਨੂੰ ਹਾਇਰ ਕੀਤਾ, ਕਿਸੇ IT ਸੈਕਟਰ ਨੇ ਤੁਹਾਨੂੰ ਹਾਇਰ ਕੀਤਾ, ਕੀ ਜੇ ਤੁਸੀਂ ਅਨਪੜ੍ਹ ਆ ਤੁਹਾਨੂੰ ਬਿਠਾ ਲੂਗਾ? ਨਹੀਂ ਬਿਠਾ ਸਕਦਾ। ਮੈਂ ਕਿਤੇ ਮੰਨ ਲਓ ਕਿਸੇ ਕੰਪਨੀ 'ਚ ਜੌਬ ਕਰਦਾ, ਮੈਨੂੰ 2 ਲੱਖ ਰੁਪਇਆ ਮਹੀਨਾ ਮਿਲਦਾ, ਤਾਂ ਉਹ ਕੰਪਨੀ ਮੇਰੇ ਪਿੰਡ 'ਚ ਥੋੜੀ ਖੁੱਲੂਗੀ, ਉਹ ਕਿਸੇ ਵੱਡੀ ਸਿਟੀ 'ਚ ਖੁੱਲੂਗੀ। ਪਰ ਉਹ ਵੱਡੀ ਸਿਟੀ 'ਚ ਜਾਣ ਨਾਲੋਂ ਜਿਹੜਾ ਮੈਨੂੰ ਸਿਟੀ ਰੋਟੀ ਨਹੀਂ ਦੇ ਰਹੀ, ਮੈਨੂੰ ਕੰਪਨੀ ਦੇ ਰਹੀ, ਤੇ ਕੰਪਨੀ ਤੁਹਾਨੂੰ ਪੇ ਕਿਉਂ ਕਰੂਗੀ? ਕਿਉਂਕਿ ਤੁਹਾਡੇ 'ਚ ਕਾਬਲੀਅਤ ਆ। ਅਸੀਂ ਉੱਥੇ ਇਹ ਸਮਝਣਾ ਆ, ਜ਼ਰੂਰੀ ਨਹੀਂ ਹੈਗਾ ਜਿਹੜੀ ਕਾਬਲੀਅਤ ਆ ਉਹ ਸਿਟੀ ਨੇ ਦੇਣੀ ਆ, ਉਹ ਕੰਟਰੀ ਨੇ ਦੇਣੀ, ਕਾਬਲੀਅਤ ਤੁਹਾਡੇ ਆਧਾਰ 'ਤੇ ਦੇਣੀ। ਹੁਣ ਬਾਹਰ ਗਏ ਬੰਦੇ ਵੀ ਚੋਰੀਆਂ ਕਰਦੇ ਆ, ਬਾਹਰ ਗਏ ਬੰਦੇ ਵੀ ਨਸ਼ਾ ਕਰਦੇ ਆ, ਤੇ ਬਾਹਰ ਗਏ ਬੰਦੇ ਵੀ ਕਰਪਸ਼ਨ ਕਰਦੇ ਆ। ਤੇ ਜਿਨ੍ਹਾਂ ਨੇ ਕਾਮਯਾਬ ਹੋਣਾ ਆ, ਉਹ ਕਹਿੰਦੇ ਜਿਹਨੇ ਕਾਮਯਾਬ ਹੋਣਾ ਉਹਦਾ ਇੱਥੇ ਅਮਰੀਕਾ ਕੁਛ ਇਦਾਂ ਦੀ ਕਹਾਵਤ ਆ ਵੀ ਉਹ ਇੱਥੇ ਹੀ ਕਾਮਯਾਬ ਹੋ ਰਿਹਾ, ਆਪਣੇ ਪਿੰਡ 'ਚ ਹੀ ਕਾਮਯਾਬ ਹੋ ਰਿਹਾ। ਚਾਹੇ ਤੁਹਾਡਾ ਕਪੂਰਥਲਾ ਆ, ਚਾਹੇ ਤੁਹਾਡਾ ਪੰਜਾਬ ਆ, ਤੁਸੀਂ ਜੇ ਕੰਮ ਕਰਨਾ, ਅਸੀਂ ਆਪਣੀ ਕੰਟਰੀ 'ਚ ਰਹਿ ਕੇ, ਆਪਣੇ ਪੰਜਾਬ 'ਚ ਰਹਿ ਕੇ ਕਾਮਯਾਬ ਹੋ ਸਕਦੇ। ਕਿਉਂਕਿ ਪੰਜਾਬ ਦੀ ਪੋਪੂਲੇਸ਼ਨ ਜਿਹੜੀ ਆ ਉਹ ਇੱਕ ਕੰਟਰੀ 'ਚ ਨਹੀਂ, ਕਈ ਇੰਨੀ ਸਾਈਜ਼ ਦੀਆਂ, ਇੰਨੀ ਪੋਪੂਲੇਸ਼ਨ ਦੀਆਂ ਕੰਟਰੀਆਂ ਆ। ਅਸੀਂ ਸਿਰਫ ਆਪਣੇ ਆਪ ਤੇ ਫੋਕਸ ਕਰਨਾ, ਤੇ ਜਿਹਨੇ ਮਿਹਨਤ ਨਹੀਂ ਕਰਨੀ, ਜਿਹਨੇ ਕਾਮਯਾਬ ਨਹੀਂ ਹੋਣਾ, ਉਹਨੂੰ ਚਾਹੇ ਤੁਸੀਂ ਅਮਰੀਕਾ ਭੇਜ ਦਿਓ, ਉਹਨੂੰ ਚਾਹੇ ਕੈਨੇਡਾ ਭੇਜ ਦਿਓ, ਉਹਨੇ ਜੇ ਚੋਰੀ ਕਰ ਰਿਹਾ ਜਾਂ ਉਹਨੇ ਧੋਖਾ ਕਰ ਰਿਹਾ, ਉਹਨੇ ਉੱਥੇ ਵੀ ਉਹ ਚੀਜ਼ਾਂ ਕਰਨੀਆਂ। ਕਦੀ ਵੀ ਕੋਈ ਕੰਟਰੀ, ਕੋਈ ਸਟੇਟ ਨਹੀਂ ਤੁਹਾਨੂੰ ਪ੍ਰਮੋਟ ਕਰਦੀ, ਸਿਰਫ ਤੁਹਾਡੀ ਸੋਚ ਤੁਹਾਡਾ ਆਲਾ ਦੁਆਲਾ ਪ੍ਰਮੋਟ ਕਰਦਾ। ਉਹ ਚਾਹੇ ਤੁਸੀਂ ਪਿੰਡ ਨੂੰ ਬਿਲੋਂਗ ਕਰਦੇ, ਚਾਹੇ ਤੁਸੀਂ ਕਿਸੇ ਸ਼ਹਿਰ ਨੂੰ ਬਿਲੋਂਗ ਕਰਦੇ। ਖਾਣ ਦੀਆਂ ਚੀਜ਼ਾਂ ਨੂੰ ਲੈ ਕੇ ਨਾ ਇੱਕ ਅਸੀਂ ਹੋਰ ਬਣਾ ਲਈ ਹੈ ਚੀਜ਼ ਕਿ ਸਟੇਟਸ ਸਿੰਬਲ। ਅਸੀਂ ਕਿਤੇ ਜਾਂਦੇ ਆ, ਸਾਨੂੰ ਇਦਾਂ ਲੱਗਦਾ ਕਿ ਜੇ ਮੈਂ ਆਹ ਚੀਜ਼ ਫਲਾਨੀ ਖਾ ਰਿਹਾ, ਜਾਂ ਮੈਂ ਫਾਸਟ ਫੂਡ ਖਾ ਰਿਹਾ, ਮਹਿੰਗੀ ਜਗ੍ਹਾ ਤੋਂ ਮੈਂ ਖਾ ਰਿਹਾ, ਈਵਨ ਆਪਾਂ ਕਿਤੇ ਬਾਹਰ ਬੈਠੇ ਆ, ਲੋਕੀ ਕਹਿੰਦੇ ਨੂੰ ਸਟੇਟਸ ਸਮਝਦੇ ਆ, ਜਾਂ ਇਦਾਂ ਦੇ ਕੋਈ ਵੀ ਆਊਟਲੈਟਸ ਜਿਹੜੀਆਂ ਬਣੀਆਂ ਆ ਕਿ ਅਸੀਂ ਉਹ ਖਾਣੇ, ਸਾਡਾ ਸਟੇਟਸ ਹੈ। ਉਹਦੇ ਕੰਪੈਰੀਜ਼ਨ ਤੁਸੀਂ ਉਹਨਾਂ ਨੂੰ ਕਹਿ ਦੋ ਕਿ ਤਾਂ ਫਰੂਟ ਲੈ ਕੇ ਖਾ ਲਾ ਜਾਂ ਕੁਛ ਖਾ ਲਓ, ਛੱਡ ਰੇੜੀ ਦਾ ਫੂਡ ਕੀ ਖਾਣਾ ਮੈਂ, ਉਹਨੂੰ ਅਸੀਂ ਰੇੜੀ ਫੂਡ ਕਹਿਣ ਲੱਗ ਪੈਂਦੇ ਆ, ਜਿਹੜੇ ਸਟਰੀਟ ਫੂਡ ਕਹਿ ਦਿੰਦੇ ਆ, ਖੁੱਲਾ ਹਾਈਜੀਨ ਨਹੀਂ ਹੈਗਾ। ਔਰ ਅਸੀਂ ਚੰਗਾ ਮੰਨਦੇ ਆ। ਖਾਣ ਪੀਣ ਦੇ ਵਿੱਚ ਅਸੀਂ ਸਟੇਟਸ ਸਮਝਦੇ ਆ ਕਿ ਜੇ ਮੈਂ ਪੈਕਡ ਫੂਡ ਖਾ ਰਿਹਾ, ਲੈ ਕੇ ਖਾ ਰਿਹਾ ਤਾਂ ਠੀਕ ਹੈ, ਅਗਰ ਮੈਂ ਘਰ ਦੀ ਰੋਟੀ ਖਾ ਰਿਹਾ ਤਾਂ ਅਸੀਂ ਉਹਨੂੰ ਇੱਕ ਹੁਣ ਇਨਫੀਰੀਅਰ ਲੈ ਗਏ, ਉਹਨੂੰ ਨੀਵੇਂ ਵਾਲੇ ਪਾਸੇ ਨੂੰ ਲੈ ਗਏ ਆ। ਦੇਖੋ ਇਹਦੇ ਵਿੱਚ ਇਹ ਹੁੰਦਾ ਆ ਕਿ ਸਟੇਟਸ ਜ਼ਰੂਰ ਬਣਾਉਣਾ ਚਾਹੀਦਾ। ਧਰਤੀ ਤੇ ਆਏ ਆ, ਹਰ ਬੰਦਾ ਕਾਮਯਾਬ ਹੋਣਾ ਆ, ਹਰ ਬੰਦਾ ਪਰਮਾਤਮਾ ਨੇ ਇਸੇ ਲਈ ਭੇਜਿਆ ਕਿ ਧਰਤੀ ਤੇ ਜਾ ਕੇ ਚੰਗੇ ਕੰਮ ਕਰ, ਚੰਗੀ ਸੋਚ, ਚੰਗਾ ਜਿਹੜਾ ਆਪਣਾ ਦਾਇਰਾ ਬਣਾ। ਸਟੇਟਸ ਹੋਣਾ ਜ਼ਰੂਰੀ ਆ, ਪਰ ਸਟੇਟਸ ਹੋਣ ਨਾਲੋਂ ਪਹਿਲਾਂ ਤੁਸੀਂ ਸੋਚੋ ਕਿ ਤੁਸੀਂ ਕੀ ਡਿਜ਼ਰਵ ਕਰਦੇ ਆ, ਤੁਹਾਡੀ ਪਹੁੰਚ 'ਚ ਕੀ ਆ। ਹੁਣ ਮੇਰੀ ਪਹੁੰਚ 'ਚ ਰੋਜ਼ ਖਾਣਾ ਨਹੀਂ ਹੈਗਾ, ਮੇਰੀ ਪਹੁੰਚ 'ਚ ਰੋਜ਼ ਬਾਹਰਲੇ ਖਾਣਾ ਨਹੀਂ ਹੈਗਾ, ਤੇ ਅਸੀਂ ਉਸ ਦੇ ਨਾਲ ਗੱਲ ਕਰਦੇ ਆ। ਜਿਹੜਾ ਇੱਕ ਆਊਟਲੈਟ ਤੇ ਬ੍ਰਾਂਡਡ ਫੂਡ ਬਣਾ ਰਿਹਾ ਆ, ਉਹ ਵੀ ਇੱਕ ਇਨਸਾਨ ਆ। ਜਿਹੜਾ ਇੱਕ ਰੇਹੜੀ ਤੇ ਫਰੂਟ ਵੇਚ ਰਿਹਾ, ਉਹ ਵੀ ਇੱਕ ਇਨਸਾਨ ਆ। ਹੁਣ ਇੱਥੇ ਦੂਜਾ ਸਵਾਲ, ਜਿਹੜਾ ਫਰੂਟ ਆ ਉਹ ਕਿੱਥੋਂ ਆਇਆ, ਜਿਹੜਾ 버ਗਰ ਪੀਜ਼ਾ ਉਹ ਕਿੱਥੋਂ ਆਇਆ?
ਕਦੀ ਇਨਸਾਨ ਨੇ ਕੋਈ ਫਾਇਦੇ ਵਾਲਾ ਕੰਮ ਦੂਜਿਆਂ ਲਈ ਕੀਤਾ ਨਹੀਂ। ਪਹਿਲਾਂ ਉਹ ਆਪਣਾ ਫਾਇਦਾ ਦੇਖੋ, ਤੁਸੀਂ ਜਾਂ ਮੈਂ ਆ, ਪਹਿਲਾਂ ਅਸੀਂ ਆਪਣਾ ਫਾਇਦਾ ਦੇਖਾਂਗੇ, ਫਿਰ ਅਸੀਂ ਅੱਗੇ ਉਹ ਚੀਜ਼ ਨੂੰ ਪ੍ਰਮੋਟ ਕਰਾਂਗੇ, ਫਿਰ ਅਸੀਂ ਦੇਖਾਂਗੇ ਵੀ ਯਾਰ ਉਹਦੇ ਫਾਇਦੇ ਹੈ ਕਿ ਨਹੀਂ, ਨੁਕਸਾਨ ਹੈ ਕਿ ਨਹੀਂ। ਪਰ ਉਹ ਚੋਂ ਕੁਝ ਚੰਦ ਬੰਦੇ ਹੁੰਦੇ ਫਾਇਦਾ ਸੋਚਦੇ ਆ ਦੂਜਿਆਂ ਤੋਂ ਪਹਿਲਾਂ, ਆਪਣੇ ਤੋਂ ਪਹਿਲਾਂ ਦੂਜਿਆਂ ਦਾ ਵੀ। ਹੁਣ ਜਦੋਂ ਖਾਣੇ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਖਾਣਾ ਫਾਸਟ ਫੂਡ ਆ, ਪੀਜ਼ਾ, 버ਗਰ, ਸੌਫਟ ਡਰਿੰਕ, ਜਿਹਨੂੰ ਤੁਸੀਂ ਸਟੇਟਸ ਸਮਝਦੇ ਹੋ, ਮੇਰਾ ਸਟੇਟਸ ਆ, ਮੈਂ ਨਹੀਂ ਰੇੜੀ ਤੇ ਖੜੇ ਹੋ ਕੇ ਖਾਣਾ, ਉਹ ਖਾਣਾ ਕਿੱਥੋਂ ਬਣਿਆ? ਤੁਸੀਂ ਸਾਹਮਣੇ ਹਾਈਜੀਨ ਦੇਖ ਲਿਓ, ਉਹਨਾਂ ਹੱਥਾਂ ਤੇ ਗਲਵਜ਼ ਪਾਏ, ਉਹਨਾਂ ਦੇ ਕੈਪ ਪਾਈ, ਪਿੱਛੇ ਕੀ ਹੋ ਰਿਹਾ ਰਸੋਈ 'ਚ, ਤੁਹਾਨੂੰ ਪਤਾ ਕੀ ਹੋ ਰਿਹਾ, ਕਿੱਦਾਂ ਦਾ ਖਾਣਾ ਆ ਰਿਹਾ, ਕਿੱਥੋਂ ਆ ਰਿਹਾ। ਦੂਸਰੀ ਗੱਲ, ਜੇ ਮੰਨ ਲਓ ਖਾਣਾ ਸਾਰਾ ਸਹੀ ਆ ਰਿਹਾ, ਮੈਂ ਕਿਸੇ ਫੂਡ ਨੂੰ ਬਦਨਾਮ ਨਹੀਂ ਕਰ ਰਿਹਾ, ਕਈਆਂ ਦਾ ਇੱਥੋਂ ਘਰ ਚੱਲਦਾ ਆ, ਪਰ ਮੈਂ ਸੱਚਾਈ ਬਿਆਨ ਕਰ ਰਿਹਾ। ਉਹ ਖਾਣੇ ਦੇ ਵਿੱਚ ਜਿਹੜੇ ਸੋਰਸ ਪੈ ਰਹੇ ਆ, ਜਿਹੜੀ ਬ੍ਰੈਡ ਪੈ ਰਹੀ, ਉਹ ਕਾਹਤੋਂ ਬਣਦੀ? ਮੈਦੇ ਤੋਂ ਬਣਦੀ। ਜਿਹੜੀਆਂ ਉੱਤੇ ਸੌਸਿਸ, ਜਿਹਨੂੰ ਅਸੀਂ ਕੀ ਕਹਿ ਦਿੰਦੇ, ਮਾਇਓਨੀਜ਼ ਕੀ ਕੁਛ ਉਹਨੂੰ ਕਹਿੰਦੇ ਹਨਾ, ਇਦਾਂ ਦਾ, ਉਹ ਕਿੱਥੋਂ ਆਉਂਦੀ? ਉਹਦੇ ਵਿੱਚ ਕੁਛ ਕੁ ਜਿਹੜਾ ਆ, ਇੱਕ 버ਗਰ ਲਾਇਓ ਚ ਕੁਛ ਕੁ ਤੁਸੀਂ ਪਾ ਦਿੰਦੇ ਆ ਗ੍ਰੀਨ ਸੈਲਡ, ਟਮਾਟਰ, ਪਿਆਜ਼, ਉਸ ਤੋਂ ਇਲਾਵਾ ਤਾਂ ਸਾਰਾ ਕੁਝ ਪ੍ਰੋਸੈਸਡ ਆ। ਇੱਥੋਂ ਤੱਕ ਜਿਹੜਾ ਉਹਦੇ ਵਿੱਚ ਸੌਸ ਉੱਪਰ ਯੂਜ਼ ਹੁੰਦਾ ਹੈ, ਉਹਨੂੰ ਬਣਾਉਣ ਤੋਂ ਬਾਅਦ ਵੀ, ਉਹ ਵੀ ਪ੍ਰੋਸੈਸਡ ਆ। ਇਹ ਗੱਲ ਕਿੱਥੋਂ, ਇੱਕ ਸਾਈਡ ਤੇ ਹੋ ਗਈ। ਦੂਸਰੀ ਗੱਲ, ਇੱਕ ਬੰਦਾ ਰੇਹੜੀ ਤੇ ਫਰੂਟ ਵੇਚ ਰਿਹਾ, ਉਹ ਕਿੱਥੋਂ ਆਇਆ? ਉਹ ਕਿੰਨਾ ਕੁ ਅਨਹਾਈਜੀਨ ਹੋ ਜਾਊਗਾ? ਉਹਨੂੰ ਵੇਚਣ ਵਾਲਿਆਂ ਨੇ ਹੀ ਕੀ ਕਰਤਾ ਕਿ ਯਾਰ ਜਿਹੜੇ ਫਰੂਟ ਆ ਉਹਨਾਂ ਨੂੰ ਦਵਾਈਆਂ ਲਾ ਕੇ ਪਕਾਇਆ ਜਾਂਦਾ। ਹਰ ਘਰ ਚੋਰ ਨਹੀਂ ਹੈਗਾ, ਹਰ ਘਰ ਗਲਤ ਬੰਦਾ ਨਹੀਂ ਬੈਠਾ। ਕਿਤੇ ਨਾ ਕਿਤੇ ਫਰੂਟ ਜਿਹੜੇ ਆ, ਸਬਜ਼ੀਆਂ ਜਿਹੜੀਆਂ ਆ, ਸਾਡੇ ਖਾਣ ਦੇ ਜਿਹੜੇ ਕੁਦਰਤੀ ਸੋਰਸ ਕੁਦਰਤ ਸਾਨੂੰ ਦੇ ਰਹੀ, ਉਹ ਕਿਤੇ ਨਾ ਕਿਤੇ ਤਾਂ ਸਹੀ ਹੈਗੇ ਆ। ਤੁਸੀਂ ਉਹਨਾਂ ਨੂੰ ਗਲਤ ਬਣਾ ਰਹੇ ਆ, ਕਿਉਂਕਿ ਜਿਹੜੇ ਵੇਚਣ ਵਾਲੇ ਆ, ਇੱਕ ਉਹਨੂੰ ਅਸੀਂ ਇੱਕ ਤਰੀਕੇ ਦਾ ਇਹੀ ਕਹਿ ਸਕਦੇ ਕਿ ਮਾਫੀਆ ਹੀ ਆ ਉਹ ਵੀ ਵੇਚਣ ਵਾਲੇ ਜਿਹੜੇ ਬੰਦੇ ਆ, ਉਹੀ ਅਫਵਾਹ ਫੈਲਾ ਦਿੰਦੇ ਆ। ਅਸੀਂ ਦੇਖਿਆ ਜਿਹੜੀ ਵੀਡੀਓ ਆ, ਉਹਦੇ ਵਿੱਚ ਸੇਬ ਨੂੰ ਰੰਗ ਕਰ ਰਹੇ ਆ, ਕਿਸੇ ਜੇ ਕੋਈ ਨੌਨ ਵੈਜ ਆਈਟਮ ਆ, ਚਿਕਨ ਆ, ਉਹਦੇ ਵਿੱਚ ਹਵਾ ਭਰ ਰਹੇ, ਉਹਦੇ ਵਿੱਚ ਮੈਡੀਸਨ ਭਰ ਰਹੇ। ਤੁਸੀਂ ਸੇਬ ਖਾਂਦੇ ਆ, ਮੈਂ ਮੰਨ ਲਓ ਕੋਈ ਫਰੂਟ ਖਾਣਾ, ਕਿੰਨੇ ਕਿ ਤੁਹਾਨੂੰ ਨਕਲੀ ਫਰੂਟ ਮਿਲਦੇ ਆ। ਅਸੀਂ ਵੀਡੀਓ ਜ਼ਰੂਰ ਦੇਖਦੇ, ਹੋ ਵੀ ਸਕਦੇ ਆ, ਅਸੀਂ ਸਿਰਫ ਉਹਨੂੰ ਉਹਨਾਂ ਦੋਨਾਂ ਪ੍ਰੋਡਕਟ ਦੀ ਤੁਲਨਾ ਕਰ ਰਹੇ ਹਾਂ। ਅਸੀਂ ਸਟੇਟਸ ਬਣਾਉਣ ਤੋਂ ਪਹਿਲਾਂ, ਰੇੜੀ ਵਾਲਾ ਇੱਕ ਬੰਦਾ ਆ, ਫੂਡ ਆਊਟਲੈਟ ਵਾਲਾ ਵੀ ਬੰਦਾ ਆ, ਫੂਡ ਆਊਟਲੈਟ ਵਾਲਾ ਫੂਡ ਅੰਦਰ ਬਣਾ ਰਿਹਾ ਤੇ ਰੇੜੀ ਵਾਲਾ ਸਿਰਫ ਕੁਦਰਤ ਦਾ ਦਿੱਤਾ ਹੋਇਆ ਤੋਹਫਾ ਤੁਹਾਡੇ ਅੱਗੇ ਲਿਆ ਰਿਹਾ। ਹੁਣ ਕੁਦਰਤ ਦੇ ਤੋਹਫੇ ਨੂੰ ਤੁਸੀਂ ਖੁਦ ਖਰਾਬ ਕਰਦੇ ਆ। ਤੁਸੀਂ ਕਹਿੰਦੇ ਕਿ ਯਾਰ ਆਹ ਸੇਬ ਸਹੀ ਨਹੀਂ ਹੈਗੇ, ਇਹ ਨਹੀਂ ਮੈਂ ਲੈਣੇ, ਆਹ ਕੇਲੇ ਸਹੀ ਨਹੀਂ ਹੈਗੇ, ਇਹ ਨਹੀਂ ਮੈਂ ਲੈਣੇ। ਪਹਿਲਾਂ ਮੈਂ ਗੱਲ ਕਰਦਾ ਕਿ ਉਹ ਜਿੰਨੇ ਕੁਦਰਤੀ ਸੋਰਸ ਆ, ਸਾਰੇ ਸਹੀ ਆ। ਕੁਦਰਤ ਨੇ ਕਦੀ ਕੋਈ ਤੁਹਾਡੇ ਲਈ ਗਲਤ ਨਹੀਂ ਬਣਾਇਆ, ਉਹਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ, ਸਹੀ ਬਣਾ ਕੇ ਭੇਜਿਆ ਸੀ, ਅਸੀਂ ਗਲਤ ਹੋ ਗਏ। ਕਰਪਸ਼ਨ ਅਸੀਂ ਐਡ ਕੀਤੀ। ਕੋਈ ਮਾਂ ਦੇ ਪੇਟ ਤੋਂ ਥੋੜੀ ਚੋਰ ਪੈਦਾ ਹੁੰਦਾ, ਮਾਂ ਦੇ ਪੇਟ ਤੋਂ ਥੋੜੀ ਕੋਈ ਧੋਖੇ ਕਰਦਾ, ਮਾਂ ਦੇ ਪੇਟ ਤੋਂ ਹਰ ਬੰਦਾ ਸਹੀ ਪੈਦਾ ਹੋ ਰਿਹਾ, ਉਹਨੂੰ ਆਲਾ ਦੁਆਲਾ ਕਿੱਦਾਂ ਦਾ ਮਿਲ ਰਿਹਾ। ਇੱਦਾਂ ਸਾਡਾ ਫੂਡ ਆ, ਉਹ ਜਿਹੜਾ ਫੂਡ ਆਊਟਲੈਟ ਵਾਲਾ, ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਕਰੂੰ ਕਿ ਸਭ ਕੁਝ ਪ੍ਰੋਸੈਸਡ ਆ, ਸਾਰਾ ਕੁਝ ਇਨਸਾਨ ਨੇ ਦੂਜੇ ਇਨਸਾਨ ਲਈ ਬਣਾਇਆ। ਹੁਣ ਸੇਬ ਇਨਸਾਨ ਸਾਰਾ ਦੂਜੇ ਇਨਸਾਨ ਲਈ ਥੋੜੀ ਬਣਾ ਕੇ ਲਿਆਊਗਾ ਫੈਕਟਰੀ ਚੋਂ, ਵੱਧ ਤੋਂ ਵੱਧ ਨੂੰ ਰੰਗ ਕਰ ਦੂਗਾ, ਉਹ ਰੰਗ ਵੀ ਅਸੀਂ ਆਪ ਕਰਵਾਉਨੇ ਆ। ਪਰ ਮੈਂ ਇੱਥੇ ਗੱਲ ਨੂੰ ਥੋੜਾ ਕਲੀਅਰ ਕਰੂੰਗਾ ਪਹਿਲਾਂ ਕਿ ਫੂਡ ਜਿਹੜਾ ਸਾਡਾ ਖਾਣਾ, ਸਟੈਂਡਰਡ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਜਿਹੜਾ ਖਾਣਾ ਆ ਰਿਹਾ ਆ ਉਹ ਕਿੱਥੋਂ ਆ ਰਿਹਾ। ਫਰੂਟਸ ਅਸੀਂ ਖਾਣੇ ਜ਼ਰੂਰੀ ਸਮਝਦੇ ਆ, ਸਬਜ਼ੀਆਂ ਖਾਣੀਆਂ ਜ਼ਰੂਰੀ ਸਮਝਦੇ ਆ। ਰੇੜੀ ਵਾਲਾ ਖਾਣਾ ਨਹੀਂ ਮਾੜਾ, ਉਹਨੂੰ ਤੁਸੀਂ ਮਾੜਾ ਬਣਾ ਲਿਆ, ਤੁਸੀਂ ਸੋਚ ਨੂੰ ਮਾੜਾ ਬਣਾ ਲਿਆ। ਫਿਰ ਬਿਮਾਰੀਆਂ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ, ਉਹ ਪੈਦਾ ਵੀ ਤਾਂ ਹੀ ਹੁੰਦੀਆਂ। ਜਿੰਨੇ ਸੁੱਖ ਸਹੂਲਤਾਂ ਮਿਲ ਗਈਆਂ ਕਿ ਅੱਜ ਸਾਡੀ ਉਮਰ 35 ਸਾਲ ਆ, ਅਸੀਂ ਅੱਜ ਤੋਂ 10 ਸਾਲ ਪਿੱਛੇ ਚਲੇ ਜਾਈਏ, ਕਿੰਨੀਆਂ ਕੁ ਬਿਮਾਰੀਆਂ ਸੀ। ਅਸੀਂ ਪਿੰਡ ਤੋਂ ਬੱਸ ਲੈਣ ਲਈ ਤੁਰ ਕੇ ਜਾਂਦੇ ਸੀ 5 ਕਿਲੋਮੀਟਰ, ਤੇ ਉਦੋਂ ਅਸੀਂ ਜ਼ਿਆਦਾ ਫਿਟ ਸੀ। ਅੱਜ ਹਰ ਜੇਬ 'ਚ ਫੋਨ ਆ, ਹਰ ਘਰ 'ਚ ਏਸੀ ਆ, ਬਿਮਾਰੀਆਂ ਜ਼ਿਆਦਾ ਆ। ਜਦੋਂ ਅਸੀਂ ਪਿੰਡ ਸੌਂਦੇ ਸੀ, 15-16 ਸਾਲ ਦੀ ਉਮਰ ਆ, ਮੈਨੂੰ ਯਾਦ ਆ 4 ਮੰਜੇ ਲੱਗੇ ਸੀ, ਉਹਨਾਂ ਸਾਹਮਣੇ ਇੱਕ ਪੱਖਾ ਲੱਗਾ ਹੁੰਦਾ ਸੀ, ਉਹ ਵੀ ਪਤਾ ਨਹੀਂ ਪਿਛਲੇ ਪੱਖੇ ਮੰਜੇ ਤੱਕ ਹਵਾ ਜਾਣੀ ਕਿ ਨਹੀਂ ਜਾਣੀ। ਅੱਜ ਹਰ ਰੂਮ 'ਚ ਏਸੀ ਆ, ਤੇ ਤੁਹਾਡੀ ਨੀਂਦ ਅੱਜ ਨਹੀਂ ਪੂਰੀ ਹੋ ਰਹੀ। ਅਸੀਂ ਕਈ ਦਿਨ 3-3 4-4 ਘੰਟੇ ਸੌਂਦੇ ਆ। ਕਿਉਂ? ਕਿਉਂਕਿ ਤੁਸੀਂ ਆਪਣਾ ਸਟੇਟਸ ਬਣਾਉਣ ਦੇ ਚੱਕਰਾਂ 'ਚ, ਆਪਣੇ ਆਪ ਨੂੰ ਇੱਕ ਸਿੰਬਲ ਬਣਾਉਣ ਦੇ ਚੱਕਰਾਂ 'ਚ, ਬ੍ਰਾਂਡ ਬਣਾਉਣ ਦੇ ਚੱਕਰਾਂ 'ਚ ਆਪਣਾ ਆਪ ਹੀ ਭੁੱਲ ਗਿਆ। ਜਿਹੜਾ ਸਾਡਾ ਪੋਡਕਾਸਟ ਆ, ਉਹ ਵੀ ਇਸੇ ਤਰੀਕੇ ਹੀ ਜੁੜਿਆ ਹੋਇਆ। ਜਿੰਨੇ ਆਊਟਲੈਟ ਆ, ਖਾਣਾ ਖਾਓ ਜ਼ਰੂਰ ਉਹਨਾਂ ਤੇ, ਪਰ ਇਹ ਸੋਚ ਕੇ ਖਾਓ ਕਿ ਮੂੰਹ ਦਾ ਸਵਾਦ ਆ, ਧਰਤੀ ਤੇ ਆਏ ਆ, ਪਰਮਾਤਮਾ ਨੇ ਤੁਹਾਨੂੰ ਆਨੰਦ ਲੈਣ ਲਈ ਵੀ ਭੇਜਿਆ, ਪਰ ਉਹ ਆਨੰਦ ਇੰਨਾ ਕਿ ਨਾ ਲੈ ਲਓ। ਉਹ ਕਹਿੰਦੇ ਕਿ ਜਿੰਨਾ ਮਜ਼ਾ ਫਿਰ ਉਨੀ ਸਜ਼ਾ। ਉਸ ਚੀਜ਼ ਨੂੰ ਇਦਾਂ ਨਾ ਲਓ। ਫਰੂਟ ਜ਼ਰੂਰ ਖਾਓ, ਰੇੜੀ ਤੇ ਨਹੀਂ ਯਾਰ ਖਾਣੇ, ਘਰ ਜਾ ਕੇ ਖਾ ਲਓ, ਤੇ ਫਰੂਟ ਨੂੰ ਅਹਿਮੀਅਤ ਦਿਓ। ਪਰ ਉੱਥੇ ਮੈਂ ਨਾਲ ਇੱਕ ਗੱਲ ਹੋਰ ਕਲੀਅਰ ਕਰੂੰਗਾ, ਜੇ ਤੁਹਾਨੂੰ ਇਹ ਲੱਗਦਾ ਫਰੂਟ ਦੇ ਵਿੱਚ ਰੰਗ ਆਉਂਦਾ, ਫਰੂਟਾਂ 'ਚ ਦਵਾਈਆਂ ਪੈਂਦੀਆਂ, ਉਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਸਾਰੇ। ਕਿਉਂਕਿ ਅਸੀਂ ਇਹ ਕਹਿੰਦੇ ਆ ਯਾਰ ਆਹ ਸੇਬ ਜਿਹੜਾ ਆ, ਮੰਨ ਲਓ ਇੱਕ ਕੇਲੇ ਦੀ ਗੱਲ ਕਰਦਾ, ਸੇਬ ਤੇ ਕੇਲੇ ਦੋਨੇ, ਯਾਰ ਆਹ ਸੇਬ ਚਮਕਦਾਰ ਨਹੀਂ ਹੈਗਾ,
ਆ ਕੇਲਾ ਇਹਦੇ ਤੇ ਦਾਗ ਪਏ ਆ। ਤੁਹਾਨੂੰ ਪਤਾ ਇੱਕ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਕੇਲੇ ਆਉਂਦੇ ਸੀ, ਉਹਨਾਂ ਤੇ ਹਲਕੇ ਹਲਕੇ ਡਾਟ ਹੁੰਦੇ ਸੀ, ਉਹਨੂੰ ਚਿੱਤਰੀ ਵਾਲੇ ਕੇਲੇ ਕਹਿੰਦੇ ਸੀ। ਦੇਖਣ ਨੂੰ ਕੇਲੇ ਇਦਾਂ ਲੱਗਦੇ ਸੀਗੇ ਕਿ ਜਿੱਦਾਂ ਉਹ ਖਰਾਬ ਹੋ ਜਾਂਦੇ, ਪਰ ਉਹ ਖਾਣ ਲਈ ਨੈਚੁਰਲ ਹੁੰਦੇ ਸੀ, ਪੱਕੇ ਹੁੰਦੇ ਸੀ। ਅੱਜ ਪ੍ਰੋਡਕਟ ਦੀ ਜਿਹੜੀ ਡਿਮਾਂਡ ਵੱਧ ਗਈ, ਉਹ ਵੀ ਅਸੀਂ ਵਧਾਈ। ਅਸੀਂ ਕਹਿੰਨੇ ਕਿ ਕੇਲਾ ਬਾਹਰੋਂ ਸਾਫ਼ ਹੋਵੇ, ਅਸੀਂ ਉਹ ਖਾਣਾ। ਉੱਥੇ ਬੰਦਾ ਪੁੱਛਣ ਵਾਲਾ ਹੋਵੇ ਕਿ ਤੁਸੀਂ ਕੇਲੇ ਦਾ ਛਿਲਕਾ ਖਾਣਾ ਜਾਂ ਕੇਲੇ ਨੂੰ ਛਿੱਲ ਕੇ ਖਾਣਾ। ਉਹੀ ਗੱਲ ਆ ਗਈ, ਤੁਹਾਡਾ ਹੀ ਜਿਹੜਾ ਸਵਾਲ ਆ ਉਹ ਇੱਥੇ ਵੀ ਲਾਗੂ ਹੁੰਦਾ ਜਾ ਰਿਹਾ ਕਿ ਅਸੀਂ ਦਿਖਾਵੇ ਚ ਆ ਗਏ। ਅਸੀਂ ਕਿਸੇ ਲਈ ਵੀ ਫਰੂਟ ਲੈ ਕੇ ਜਾਣੇ, ਉਹ ਕਹੂ ਅੱਛਾ, ਬੰਦਾ ਕਹੂਗਾ ਆਹ ਕੇਲੇ ਲਿਆਂਦੇ ਆ ਦਾਗੀ ਕੇਲੇ ਆ, ਯਾਰ ਛਿਲਕਾ ਥੋੜੀ ਖਾਣਾ, ਵਧੀਆ ਨਹੀਂ ਲੱਗਦੇ। ਇਹਨਾਂ ਨੂੰ ਸਟੋਰ ਕਰਨਾ, ਫਿਰ ਉਹ ਦਿਖਾਵੇ ਲਈ ਦੁਕਾਨਦਾਰਾਂ ਨੇ ਦਿਖਾਵੇ ਲਈ ਤੁਹਾਡੇ ਲਈ ਉਦਾਂ ਦੇ ਕੇਲੇ ਬਣਾਉਣੇ, ਇਸੇ ਕਰਕੇ ਉਹਨਾਂ ਨੂੰ ਰੰਗ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਦਵਾਈਆਂ ਦੇਣੀਆਂ ਸ਼ੁਰੂ ਕਰਤੀਆਂ, ਤੇ ਫਿਰ ਕੇਲੇ ਦਾ ਛਿਲਕਾ ਮੋਟਾ ਹੀ ਰਹਿਣਾ। ਤੇ ਇਸੇ ਕਰਕੇ ਫਿਰ ਜਿਹੜੀਆਂ ਫਾਸਟ ਫੂਡ ਦੀ ਆਊਟਲੈਟਸ ਨੇ ਉਹ ਡੈਕੋਰੇਟਡ ਹੋ ਗਈਆਂ, ਉਹਨਾਂ ਦੀ ਪੈਕਿੰਗ ਵਧੀਆ ਹੋ ਗਈ ਤੇ ਲੋਕਾਂ ਦੇ ਮੂਹਰੇ ਪਰੋਸ ਦਿੱਤੇ ਤੇ ਉਹੀ ਜਾਂਦੀਆਂ ਹੁਣ। ਤੇ ਜਿੰਨੀ ਪੈਕਿੰਗ ਵਧੀਆ ਹੁੰਦੀ ਆ, ਅਸੀਂ ਹਮੇਸ਼ਾ ਇਹ ਦੇਖਦੇ ਆ ਕਿ ਫਿਲਮ ਜਿਹੜੀ ਆ ਉਹ ਬੜੀ ਵਧੀਆ ਬਣੀ। 3 ਘੰਟਿਆਂ ਦੀ ਫਿਲਮ ਹੁੰਦੀ, 2.5 ਦੀ ਜਾਂ 3.5 ਘੰਟੇ ਦੀ ਫਿਲਮ ਹੁੰਦੀ, ਪਰ ਫਿਲਮ ਦੇ ਪਿੱਛੇ ਕੀ ਹੋਇਆ? ਖਾਣਾ ਬੜਾ ਵਧੀਆ ਪਰੋਸ ਕੇ ਆਇਆ, ਗਰਮ ਆਇਆ, ਫਰੈਸ਼ ਆਇਆ। ਟ੍ਰੇਲਰ ਦਿਖਾ ਦਿੱਤਾ ਨਾ, ਟ੍ਰੇਲਰ ਦਿਖਾ ਦਿੱਤਾ। ਅਸੀਂ ਕਹਿੰਦੇ ਯਾਰ 버ਗਰ ਆਇਆ, ਫਰੈਸ਼ ਆਇਆ ਯਾਰ, ਉਹ ਟ੍ਰੇਸ ਤੁਸੀਂ ਲੈ ਕੇ ਆਉਣੇ ਜਦੋਂ ਕਦੇ ਆਊਟਲੈਟ ਜਾਣੇ। ਅੱਛਾ, ਉਹ ਤੁਹਾਡੇ ਕੋਲੋਂ ਹੀ ਸਾਰਾ ਕੁਝ ਕਰਵਾਉਂਦੇ ਆ, ਉਹ ਸਿਰਫ ਪੈਸੇ ਲੈਂਦੇ ਆ, ਉਹ ਤੁਹਾਨੂੰ ਖਾਣਾ ਵੀ ਨਹੀਂ ਦੇਣ ਆਉਂਦੇ। ਤੁਸੀਂ ਰੇਹੜੀ ਵਾਲੇ ਕੋਲ ਖਾਣਾ ਲਓਗੇ, ਪਹਿਲਾਂ ਤੁਸੀਂ ਕਦੀ ਵੀ ਉਤਰ ਕੇ ਖਾਣਾ ਨਹੀਂ, ਫਰੂਟ ਨਹੀਂ ਲੈਂਦੇ, ਸਬਜ਼ੀ ਨਹੀਂ ਲੈਂਦੇ, ਤੁਸੀਂ ਸ਼ੀਸ਼ਾ ਥੱਲੇ ਕਰਦੇ ਆ ਲਿਆ ਹੋਇਆ, ਆ ਲਿਆ, ਉਹ ਲਿਆਉਂਦਾ, ਹਾਂਜੀ ਠੀਕ ਆ। ਅਸੀਂ ਉੱਥੇ ਬਾਰਗੇਨਿੰਗ ਵੀ ਕਰਦੇ, ਆਊਟਲੈਟ ਤੇ ਬਾਰਗੇਨਿੰਗ ਕਿਉਂ ਨਹੀਂ ਕਰਦੇ? ਔਰ ਆਊਟਲੈਟ ਤੇ ਵੀ ਆ ਕਿ ਫਿਰ ਉਹੀ 버ਗਰ ਜਿਹੜੇ ਪਰੋਸੇ ਹੋਏ ਉਹਨਾਂ ਚੋਂ ਕੀੜੇ ਵੀ ਨਿਕਲਦੇ, ਕਾਕਰੋਚ ਵੀ ਨਿਕਲਦੇ, ਫਿਰ ਅਸੀਂ ਉਹਨੂੰ ਹੀ ਬਦਨਾਮ ਕਰਦੇ। ਫਿਰ ਬਦਨਾਮ ਕਰਕੇ ਤੁਸੀਂ ਉਸ ਨੂੰ ਕੁਝ ਨਹੀਂ ਕਰ ਸਕਦੇ, ਉਸ ਆਊਟਲੈਟ ਨੂੰ ਕੁਝ ਨਹੀਂ ਕਰ ਸਕਦੇ। ਵੱਧ ਤੋਂ ਵੱਧ ਵੀਡੀਓ ਪਾ ਦੋਗੇ, 2 ਦਿਨ ਉਹ ਬੰਦ ਰਹੂਗਾ, 3 ਦਿਨ ਖੁੱਲ ਜੂ। ਜੇ ਕਿਤੇ ਰੇਹੜੀ ਵਾਲੇ ਕੋਲ ਖਰਾਬ ਸਬਜ਼ੀ ਕਿਉਂਕਿ ਡਿਮਾਂਡ 'ਚ ਕਮੀ ਨਹੀਂ ਹੈ ਨਾ। ਹਾਂ, ਉਹ ਅਸੀਂ ਕਰਵਾ ਰਹੇ ਸਾਰਾ ਕੁਝ, ਅਸੀਂ ਇਨਸਾਨ ਹੀ ਸਾਰਾ ਕੁਝ ਕਰਵਾ ਰਹੇ। ਇੱਥੇ ਮੈਂ ਛੋਟੀ ਜਿਹੀ ਗੱਲ ਕਰੂੰਗਾ। ਪੇਟ ਸੰਬੰਧੀ ਜਦੋਂ ਬਿਮਾਰੀਆਂ ਹੁੰਦੀਆਂ, ਉਹਨਾਂ ਲਈ ਇੱਕ ਰਾਮਬਾਣਾ ਸੌਂਫ ਜਿਹੜੀ ਆ ਉਹ ਖਾਣੀ ਪੇਟ ਲਈ ਬਹੁਤ ਵਧੀਆ, ਕਿਸੇ ਵੀ ਤਰੀਕੇ ਦੀ ਬਿਮਾਰੀ ਆ। ਹੁਣ ਕਈਆਂ ਨੂੰ ਮੈਂ ਸਲਾਹ ਦਿੰਦਾ ਸੌਂਫ ਖਾਣ ਦੀ, ਉਹ ਕੀ ਕਰਦੇ ਆ, ਸੌਂਫ ਲਿਆਉਂਦੇ, ਉਹਨਾਂ ਦਾ ਪੇਟ ਹੋਰ ਖਰਾਬ ਹੋ ਜਾਂਦਾ। ਉਹਦਾ ਰੀਜ਼ਨ ਕੀ ਆ? ਮੈਂ ਇਹਦੀ ਤਹਿ ਤੱਕ ਗਿਆ ਖੁਦ, ਯਾਰ ਪੇਟ ਨਾ ਸੌਂਫ ਨਾਲ ਕਦੀ ਮੇਰਾ ਤਾਂ ਪੇਟ ਖਰਾਬ ਹੋਇਆ ਨਹੀਂ, ਇਹਨਾਂ ਦਾ ਕਿਉਂ ਹੋ ਰਿਹਾ? ਪੇਟ 'ਚ ਨਹੀਂ ਖਰਾਬੀ, ਪੇਟ 'ਚ ਜੋ ਤੁਸੀਂ ਫੂਡ ਦੇ ਰਹੇ ਹੋ ਉਹ 'ਚ ਖਰਾਬੀ। ਮੈਂ 2-4 ਦਿਨ, ਹਫ਼ਤਾ ਇਸ ਚੀਜ਼ ਤੇ ਸਰਚ ਮਾਰੀ, ਦੇਖਿਆ ਆ ਜਾ ਕੇ ਦੁਕਾਨਾਂ ਤੇ। ਮੈਂ ਜਦੋਂ ਇੱਕ ਦੁਕਾਨ ਤੇ ਜਾਣਾ ਸੌਂਫ ਖਰੀਦਣ, ਉਹ ਕਹਿੰਦਾ ਭਾਜੀ ਇੱਕ ਆਹ ਸੌਂਫ ਆ ਜਿਹੜੀ ਰੰਗ ਬਰੰਗੀ ਆ। ਮਤਲਬ ਰੰਗ ਬਰੰਗੀ ਤੋਂ ਭਾਵ ਰੰਗ ਉਹਦਾ ਹਰਾ ਹੀ ਆ, ਕੋਈ ਰੰਗ ਦਾਣਾ ਘੱਟ ਹਰਾ ਆ, ਕੋਈ ਰੰਗ ਦਾਣਾ ਜ਼ਿਆਦਾ ਹਰਾ। ਇੱਕ ਕਹਿੰਦਾ ਆਹ ਸੌਂਫ ਆ, ਦੋਨੇ। ਇਹਨੂੰ ਬਿਲਕੁਲ, ਮੈਂ ਕਿਹਾ ਯਾਰ ਇਹ ਤਾਂ ਬੜੀ ਸੋਹਣੀ ਲੱਗਦੀ ਹੈ। ਕਹਿੰਦਾ ਇਹਨੂੰ ਰੰਗ ਕੀਤਾ ਹੋਇਆ। ਅਸੀਂ ਉਹ ਖਾਂਦੇ ਆ, ਅਸੀਂ ਇਹ ਦੇਖਦੇ ਕਿ ਯਾਰ ਆਹ ਜਿਹੜੀ ਸੌਂਫ ਆ, ਤੁਸੀਂ ਪਹਿਲਾਂ ਇਹ ਜਾਣ ਲਓ, ਜੇ ਇਨਸਾਨ ਕੁਦਰਤ ਨੇ ਸਾਰੇ ਇੱਕੋ ਜਿਹੇ ਨਹੀਂ ਬਣਾਏ, ਫਿਰ ਉਹ ਜਿਹੜੇ ਇੱਕੋ ਰੁੱਖ ਨੂੰ ਇੱਕੋ ਜਿਹੇ ਸੌਂਫ ਦੇ ਦਾਣੇ ਲੱਗਦੇ ਆ, ਇੱਕੋ ਰੁੱਖ ਨੂੰ ਇੱਕੋ ਜਿਹੇ ਅਮਰੂਦ ਲੱਗਦੇ, ਉਹ ਇੱਕੋ ਜਿਹੇ ਕਿੱਦਾਂ ਬਣਾ ਦੋ? ਨਹੀਂ ਬਣਦੇ ਨਾ। ਸੌਂਫ ਦੇ ਜਿਹੜੇ ਦਾਣੇ, ਜਦੋਂ ਅਸੀਂ ਪਿੰਡ 'ਚ ਸੌਂਫ ਦੇਖਦੇ ਆ, ਉਹ ਜਦੋਂ ਸੌਂਫ ਝਾੜਦੇ ਆ, ਇੱਕ ਪੌਦਾ ਹੁੰਦਾ, ਛੋਟਾ ਬੂਟਾ ਹੁੰਦਾ ਸੌਂਫ ਦਾ, ਇੱਕੋ ਜਿਹਾ ਕਦੀ ਹੋਏ? ਕੋਈ ਕਾਲਾ ਹੁੰਦਾ, ਕੋਈ ਜ਼ਿਆਦਾ ਹਰਾ, ਕੋਈ ਗੂੜਾ ਹਰਾ। ਕੁਦਰਤੀ ਚੀਜ਼ਾਂ ਜਿਹੜੀਆਂ ਵੈਸੇ ਵੀ ਸਜਾਵਟੀ ਨਹੀਂ ਹੋ ਸਕਦੀਆਂ, ਪਰ ਅਸੀਂ ਕਹਿੰਦੇ ਕਿ ਮੈਨੂੰ ਜਿਹੜੀ ਸੌਂਫ ਆ ਉਹ ਸਾਫ਼ ਚਾਹੀਦੀ ਆ। ਫਿਰ ਜਿਹੜਾ ਰੰਗ ਆਉਣਾ ਉਹ ਕਿਸੇ ਰੁੱਖ ਨੂੰ ਥੋੜੀ ਲੱਗਣਾ, ਉਹ ਤੇ ਕੈਮੀਕਲ ਆ, ਕੈਮੀਕਲ ਤੁਹਾਨੂੰ ਖਰਾਬ ਕਰਦਾ। ਅੱਛਾ, ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਲੋਕਾਂ ਦੇ, ਜਿਹੜੇ ਸਾਡੇ ਪੰਜਾਬ ਦੇ ਲੋਕ ਨੇ, ਬਹੁਤ ਸਾਰੇ ਸਿਹਤ ਨੂੰ ਲੈ ਕੇ ਇੰਨੇ ਸਵਾਲ ਆ, ਇੰਨੇ ਡਾਊਟ ਹੈ। ਤੇ ਮੈਨੂੰ ਲੱਗਦਾ ਜਿਹੜਾ ਫਿਰ ਸਾਡਾ ਅਗਲਾ ਪੋਡਕਾਸਟ ਹੈ, ਉਹਦੇ 'ਚ ਆਪਾਂ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਲੱਗਦਾ ਅਗਲੀ ਕਰਾਂਗੇ, ਕਿਉਂਕਿ ਹੁਣ ਆਪਾਂ ਅੱਜ ਦੀ ਜਿਹੜੀ ਪੋਡਕਾਸਟ ਹੈ ਉਹਨੂੰ ਆਪਾਂ ਹੁਣ ਸਮੇਟਣਾ ਵੀ ਹੈ। ਸੋ ਅਗਲੀ ਪੋਡਕਾਸਟ ਦੇ ਵਿੱਚ ਆਪਾਂ ਕਿਹੜੀ ਸਿਹਤ ਦੀ ਜਿਹੜੀ ਅਗਲੀ ਸਾਡੀ ਪੋਡਕਾਸਟ ਰਹੂਗੀ, ਜਿਹੜਾ ਮੈਂ ਜ਼ਰੂਰੀ ਸਮਝਦਾ ਆ, ਸਾਡੇ ਸਰੀਰ ਲਈ ਜ਼ਰੂਰੀ ਆ, ਉਹ ਸਾਇੰਸ ਨੇ ਵੀ ਕਿਹਾ ਤਾਂ ਅਸੀਂ ਵੈਸੇ ਵੀ ਕਰਦੇ ਆ, ਸ਼ੁਰੂ ਤੋਂ ਕਰਦੇ ਆ। ਜਦੋਂ ਸਾਇੰਸ ਘੱਟ ਸੀਗੀ, ਬੋਡੀ ਨੂੰ ਜੋ ਬੇਸ ਚਾਹੀਦਾ ਆ ਉਹਦੇ ਸੈੱਲ ਟਿਸ਼ੂ ਬਣਾਉਣ ਲਈ, ਜਦੋਂ ਇੱਕ ਬੰਦਾ ਬਿਮਾਰ ਹੁੰਦਾ ਹੈ ਉਹਦੇ ਸੈੱਲ ਘਟਦੇ, ਜਿਹਨੂੰ ਤੁਸੀਂ ਪਲੇਟਲੇਟਸ ਕਹਿੰਦੇ ਆ, ਉਹਦੇ ਲਈ ਸਭ ਤੋਂ ਜ਼ਰੂਰੀ ਆ ਪ੍ਰੋਟੀਨ। ਜਦੋਂ ਪ੍ਰੋਟੀਨ ਦੀ ਗੱਲ ਆਉਂਦੀ ਆ, ਸਾਡੇ ਸਾਰਿਆਂ ਦੇ ਮਨਾਂ 'ਚ ਪ੍ਰੋਟੀਨ ਵਾਲਾ ਸਪਲੀਮੈਂਟ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ, ਪ੍ਰੋਟੀਨ ਦਾ ਡੱਬਾ ਚੱਕਰ ਬਣਾਉਣ ਲੱਗ ਪਿਆ। ਹੁਣ ਵੀ ਇਹ ਗੱਲ ਸੁਣ ਕੇ ਪ੍ਰੋਟੀਨ ਵਾਲਾ ਡੱਬਾ ਘੁੰਮਣ ਲੱਗ ਪਿਆ, ਪਰ ਨਹੀਂ, ਪ੍ਰੋਟੀਨ ਸਾਡੀ ਬੋਡੀ ਲਈ ਜ਼ਰੂਰੀ ਆ। ਚਾਹੇ ਤੁਸੀਂ ਕੰਮ ਕਰਨਾ, ਚਾਹੇ ਨਹੀਂ ਕਰਨਾ, ਉਹ ਤੁਸੀਂ ਵੈਜ ਤੋਂ ਲੈਣਾ, ਨੌਨ ਵੈਜ ਤੋਂ ਲੈਣਾ, ਘਰ ਦੇ ਖਾਣਿਆਂ ਤੋਂ ਲੈਣਾ, ਕਿੱਥੋਂ ਲੈਣਾ, ਅਸੀਂ ਸਾਰੀ ਉਸ ਬਾਰੇ ਵਿਸ਼ਾ ਚਰਚਾ ਕਰਾਂਗੇ ਜੀ। ਸੋ ਪੰਜਾਬੀ ਪੋਡਕਾਸਟ ਜਿਹੜੀ ਸਿਹਤ ਦੇ ਨਾਲ ਸੰਬੰਧਿਤ ਹੈ, ਡਾਕਟਰ ਹਰਮਿੰਦਰ ਦੁੱਲੋਵਾਲ ਦੇ ਨਾਲ ਇਹ ਪੋਡਕਾਸਟ ਇਸੇ ਤਰ੍ਹਾਂ ਹੁਣ ਜਾਰੀ ਰਹੇਗਾ। ਕੋਸ਼ਿਸ਼ ਕਰਾਂਗੇ ਕਿ ਹਰ ਹਫਤੇ ਇੱਕ ਵੀਡੀਓ ਤੁਹਾਡੀ ਸਿਹਤ ਨਾਲ ਜੁੜੀ ਹੋਈ ਅਸੀਂ ਅਪਡੇਟ ਕਰੀਏ, ਜਿਹਦੇ ਵਿੱਚ ਅਗਲੀ ਪੋਡਕਾਸਟ ਦੇ ਵਿੱਚ ਜਿਹੜੀ ਸਿਹਤ ਦੇ ਨਾਲ ਟੋਟਲੀ ਸੰਬੰਧਿਤ ਹੋਏਗੀ, ਪ੍ਰੋਟੀਨ ਨੂੰ ਲੈ ਕੇ ਗੱਲਬਾਤ ਕੀਤੀ ਜਾਏਗੀ।